हेलो दिस इज़ कमल हंसपाल। मास्टर कैडर वास्ते मैथेमैटिकल रीजनिंग चैप्टर बहुत इंपॉर्टेंट चैप्टर है। अगर असी प्रीवियस ईयर पेपर्स नू सारे पेपर्स नू देखिए तो MR का एक क्वेश्चन ही दिखता है। बट जिहड़ा प्रीवियस ईयर पेपर होया रीसेंटली जिहड़ा मास्टर कैडर का एग्जाम होया आ उहदे विच MR दे 6-7 क्वेश्चनस जिहड़े आ वो देखण नू आए आ, जिहड़ा एक बहुत इंपॉर्टेंट रोल प्ले करता आ। मोस्टली स्टूडेंट्स ने इस चैप्टर नू 1 मार्क का कंसिडर करके कि इस चैप्टर चो सिर्फ 1 मार्क का क्वेश्चन आना आ, ये चैप्टर छड़ दिता। बट जो 6-7 क्वेश्चन आए ये काफ़ी मैरिट डाउन जाती आ। सो MR का मैथेमैटिकल रीजनिंग का एक पार्ट एक टॉपिक लैके मैं तुहाडे सामने आई हाँ। अगर तुहानू ये कंटेंट पसंद आया होवे ਇਹਦੇ ਨਾਲ ਦੇ ਹੋਰ ਰਿਲੇਟਡ ਵੀਡੀਓਜ਼ ਲੈਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਐਂਡ ਅਗਰ ਤੁਹਾਨੂੰ ਇਹ ਕੰਟੈਂਟ ਪਸੰਦ ਆਇਆ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ ਕਿ ਮੈਂ ਇਦਾਂ ਦੀਆਂ ਹੋਰ ਵੀਡੀਓਜ਼ ਬਣਾ ਸਕਾਂ। ਮਾਸਟਰ ਕੈਡਰ ਦਾ ਇੱਕ ਪੂਰਾ ਕੋਰਸ ਇੱਕ ਫੁੱਲ ਕੋਰਸ ਜਿਹੜਾ ਆ ਉਹ ਅਸੀਂ ਕਰ ਸਕੀਏ। ਬਾਇਨੋਮੀਅਲ ਥਿਊਰਮ ਆ, ਕੌਨਿਕ ਸੈਕਸ਼ਨ ਆ, ਪ੍ਰੋਬੇਬਿਲਿਟੀ ਆ, 3D ਆ, बहुत इंपॉर्टेंट जिहड़े चैप्टर्स आ उन्होंने करवाया जाऊगा। अगर ये कंटेंट पसंद आता वा तुहानू तो तुसी वीडियो नू लाइक करना आ, शेयर करना आ, सबसक्राइब करना आ। सो प्रीवियस ईयर जिहड़ा आ ये 6-7 मार्क्स का रहा सी मास्टर कैडर दे विच। ये MR का टॉपिक जिहड़ा बहुत इंपॉर्टेंट टॉपिक आ। सो इनू तुसी छड्डना नहीं आ, इनू तुसी जरूर करना आ MR नू। ओके Welcome to SK Gyan. To get related videos, hit the bell icon so that you can get the notification. Yes, connectives ਕਿਹੜੇ ਹੁੰਦੇ ਆ MR ਦੇ ਵਿੱਚ mathematical reasoning ਦੇ ਵਿੱਚ connectives ਕਿਹੜੇ ਆ? The first one is conjunction. The second connective is disjunction. The third one is negation. Fourth one is conditional. Fifth one is biconditional. Okay, इन्हां नूं असीं एक एक करके स्टडी करांगे एंड इन्हां दे ट्रुथ टेबल बनावांगे। पहला एक कंजंक्शन, डिसजंक्शन, negation, कंडीशनल, बायकंडीशनल कनैक्टिव्स किहड़े हुंदे आ, इन्हां नूं सिंबल्स किहड़े दित्ते गए आ, डिनोट किद्दां कीता जांदा आ, उन्हां दे ट्रुथ टेबल किद्दां बनदे आ। इन्नी चीज़ समझण तो बाद क्वेश्चंस सॉल्व होणगे। then we will solve questions. Okay, the first one is conjunction. ਕੰਜੰਕਸ਼ਨ ਨੂੰ ਇਸ ਸਿੰਬਲ ਦੇ ਨਾਲ ਡਿਨੋਟ ਕਰਦੇ ਆ। ਅਗਰ ਆਪਾਂ ਇਸ ਨੂੰ ਚੈਪਟਰ ਸੈਟ ਥਿਊਰੀ ਦੇ ਨਾਲ ਰਿਲੇਟ ਕਰੀਏ ਤੇ ਉਹਦੇ ਵਿੱਚ ਇੰਟਰਸੈਕਸ਼ਨ ਸਿੰਬਲ ਹੁੰਦਾ ਆ, ਉਹ ਇਵੇਂ ਹੁੰਦਾ ਆ। ਇੰਟਰਸੈਕਸ਼ਨ ਦਾ ਮਤਲਬ ਹੁੰਦਾ ਵਾ ਜਿਹੜੇ ਐਲੀਮੈਂਟਸ ਕਾਮਨ ਲੈਣੇ ਹੁੰਦੇ ਆ ਉਹ ਵਾਲੇ। ਬਟ ਇਨ MR ਮੈਥੇਮੈਟੀਕਲ ਰੀਜ਼ਨਿੰਗ ਦੇ ਵਿੱਚ ਅਸੀਂ ਇਸ ਨੂੰ ਮਤਲਬ ਕੰਜੰਕਸ਼ਨ ਨੂੰ ਇਸ ਸਿੰਬਲ ਦੇ ਨਾਲ ਡਿਨੋਟ ਕਰਦੇ ਆ। ਐਂਡ ਕੰਜੰਕਸ਼ਨ ਵਾਸਤੇ ਇੱਕ ਗੱਲ ਯਾਦ ਰੱਖਣੀ ਆ ਕਿ ਉਹਦੇ ਟਰੂਥ ਟੇਬਲ ਦੇ ਵਿੱਚ ਟਰੂਥ ਟੇਬਲ ਬਣਾਉਣ ਵਾਸਤੇ ਟਰੂਥ ਟੇਬਲ ਨੂੰ ਸਮਝਣ ਵਾਸਤੇ ਤੁਹਾਨੂੰ ਦੋ ਸਟੇਟਮੈਂਟਸ ਕੰਸੀਡਰ ਕਰਨੀਆਂ ਪੈਣੀਆਂ ਆ, ਕਿਉਂਕਿ ਇਹ ਜਿਹੜਾ ਸਿੰਬਲ ਹੈਗਾ ਵਾ ਇਹਨੇ ਦੋ ਸਟੇਟਮੈਂਟਸ ਨੂੰ ਜੋੜਨਾ ਆ। ਉਹ ਦੋ ਸਟੇਟਮੈਂਟਸ ਕਿਹੜੀਆਂ ਆ? ਇੱਕ ਸਟੇਟਮੈਂਟ ਨੂੰ ਤੁਸੀਂ P ਕੰਸੀਡਰ ਕਰਨਾ ਆ, ਇੱਕ ਸਟੇਟਮੈਂਟ ਨੂੰ ਤੁਸੀਂ Q ਕੰਸੀਡਰ ਕਰਨਾ ਆ। ਠੀਕ ਆ, ਇਹ ਤੁਹਾਡੀਆਂ 2 ਸਟੇਟਮੈਂਟਸ ਹੋਣਗੀਆਂ, ਇਹ 2 ਸਟੇਟਮੈਂਟਸ ਹੋਣਗੀਆਂ। ਠੀਕ ਆ, ਹੁਣ ਇਹਦਾ ਕੀ ਮਤਲਬ ਆ? ਇਹ ਜਿਹੜੀਆਂ ਸਟੇਟਮੈਂਟਸ ਆ ਇਹ ਟਰੂ ਵੀ ਹੋ ਸਕਦੀਆਂ, ਦੋਵੇਂ ਫਾਲਸ ਵੀ ਹੋ ਸਕਦੀਆਂ ਆ। ਹੋ ਸਕਦਾ ਪਹਿਲੀ ਟਰੂ ਹੋਵੇ ਦੂਜੀ ਫਾਲਸ ਹੋਵੇ, ਹੋ ਸਕਦਾ ਕਿ ਪਹਿਲੀ ਫਾਲਸ ਹੋਵੇ ਦੂਜੀ ਟਰੂ ਹੋਵੇ, ਇਵੇਂ ਵੀ ਹੋ ਸਕਦਾ ਆ। ਠੀਕ ਆ, ਤੇ ਇਹ ਵਾਲਾ ਜਿਹੜਾ ਇਹ ਵਾਲੇ ਸਿੰਬਲ ਦੇ ਨਾਲ ਕੰਜੰਕਸ਼ਨ ਸਿੰਬਲ ਦੇ ਨਾਲ ਅਗਰ ਉੱਥੇ ਇਹ ਕੰਜੰਕਸ਼ਨ ਕਨੈਕਟਿਵ ਉੱਥੇ ਲੱਗਾ ਹੋਊਗਾ ਦੈਨ ਉਹਦਾ ਓਵਰਆਲ ਮੀਨਿੰਗ ਕੀ ਨਿਕਲਦਾ ਹੋਊਗਾ, ਉਹਦਾ ਓਵਰਆਲ ਰਿਜ਼ਲਟ ਕੀ ਨਿਕਲਦਾ ਹੋਊਗਾ, ਉਹਦੇ ਵਾਸਤੇ ਅਸੀਂ ਟਰੁਥ ਟੇਬਲ ਸਮਝਾਂਗੇ। ਓਕੇ, ਫਸਟ ਆਫ ਆਲ ਤੁਹਾਨੂੰ ਇੱਥੇ ਇਹ ਕਲੀਅਰ ਕਰਨਾ ਆ ਕਿ ਆਪਾਂ 2 ਸਟੇਟਮੈਂਟਸ ਕੰਸੀਡਰ ਕਰਨੀਆਂ ਵਾ ਐਂਡ ਉਹ 2 ਸਟੇਟਮੈਂਟਸ
ट्रू ट्रू फॉल्स फॉल्स ट्रू फॉल्स फॉल्स ट्रू हो ਸਕਦੀਆਂ ਆ ਠੀਕ ਆ ਤੇ ਉਹਦੇ ਵਾਸਤੇ ਅਸੀਂ ਜਿਵੇਂ ਮੈਂ ਇੱਥੇ ਵੈਲਿਊਜ਼ ਲਈਆਂ ਆ P ਦੇ ਵਿੱਚ true true false false Q ਦੇ ਵਿੱਚ true false ਲਈਆਂ ਆ ਕੀ ਇਹ ਇਵੇਂ ਹੀ ਲੈਣੀਆਂ ਵਾ ਉਲਟੀਆਂ ਸਿੱਧੀਆਂ ਵੀ ਲੈ ਸਕਦੇ ਆ ਬੇਸ਼ੱਕ ਲੈ ਸਕਦੇ ਆ P ਦੇ ਵਿੱਚ ਜਿਵੇਂ ਇੱਥੇ true false false ਲਿਖਿਆ ਆ ਹੈ ਨਾ ਤੇ ਇੱਥੇ P ਦੀ ਸਟੇਟਮੈਂਟ ਬੇਸ਼ੱਕ ਤੁਸੀਂ ਇਦਾਂ ਵੀ ਕਰ ਸਕਦੇ ਆ true false ਠੀਕ ਆ Q ਦੇ ਵਿੱਚ ਤੁਸੀਂ ਜਿਵੇਂ ਮਰਜ਼ੀ ਕਰ ਲਓ ਬਟ ਇੱਕ ਗੱਲ ਧਿਆਨ 'ਚ ਰੱਖਣੀ ਆ ਕਿ ਦੋ ਵਾਰੀ true ਬਣੇ ਦੋ ਵਾਰੀ false ਬਣੇ ਇੱਕ ਵਾਰੀ true ਫਿਰ false ਫਿਰ true ਬਣੇ ਇਹ ਚੀਜ਼ ਬਣੇ ਸੋ ਇਹ ਤੁਸੀਂ ਕਿਵੇਂ ਵੀ ਲੈ ਸਕਦੇ ਆ ਬਟ ਮੈਂ ਤੁਹਾਨੂੰ ਸੁਜੈਸਟ ਕਰੂੰਗੀ ਜਿਵੇਂ ਜੇ ਤੁਸੀਂ ਇਦਾਂ ਲਾਓਗੇ that will be more easy to learn ਠੀਕ ਆ ਉਹ ਜ਼ਿਆਦਾ easy ਰਹੂਗਾ ਮੈਥਡ ਦੱਸ ਰਹੀ ਆ ਕਿ ਤੁਸੀਂ P ਦੀਆਂ ਸਟੇਟਮੈਂਟਸ ਕਿਵੇਂ ਲੈਣੀਆਂ ਆ true false ਠੀਕ ਆ ਦੋ ਵਾਰੀ true ਦੋ ਵਾਰੀ false P ਦੀਆਂ ਸਟੇਟਮੈਂਟਸ ਕਿਵੇਂ ਲੈਣੀਆਂ true false ਦੋ ਵਾਰੀ true ਦੋ ਵਾਰੀ false Q ਦੀਆਂ ਸਟੇਟਮੈਂਟਸ ਕਿਵੇਂ ਲੈਣੀਆਂ ਵਾ ਇੱਕ ਵਾਰੀ true false ਠੀਕ ਆ ਵਾਰੀ ਲੈਣੀਆਂ ਸਮਝ ਲੱਗੀ ਪਹਿਲਾਂ ਜੋੜੇ ਵਿੱਚ ਲੈ ਲਈਆਂ ਤੇ ਜੋੜੇ 'ਚ ਲੈ ਲਈਆਂ ਫਿਰ ਸਿੰਗਲ 'ਚ ਲੈ ਲਈਆਂ ਇਹਦਾ ਇਦਾਂ ਲੈਣ ਦਾ ਫਾਇਦਾ ਕੀ ਹੋਣਾ ਵਾ ਜਦੋਂ ਆਪਣੇ ਕੋਲੋਂ 8 ਇੱਥੇ ਤਾਂ 4 ਹੀ ਸਟੇਟਮੈਂਟਸ ਆ ਨਾ ਦੇਖੋ 1 2 3 4 ਹਨਾ ਮਤਲਬ 8 ਸਟੇਟਮੈਂਟਸ ਹੋਣਗੀਆਂ ਨਾ ਜਦੋਂ ਆਪਾਂ ਇਸ ਤਰੀਕੇ ਨਾਲ ਲੈਨੇ ਫਿਰ ਉਹ ਜ਼ਿਆਦਾ ਈਜ਼ੀ ਹੋ ਜਾਂਦਾ ਅਗਰ ਅਸੀਂ ਇਸ ਮੈਥਡ ਦੇ ਨਾਲ ਲੈਨੇ ਆ so I will suggest to do by this method true false okay ਹੁਣ ਅਸੀਂ ਕੀ ਕਰਨਾ ਆ ਦੂਸਰੀ ਗੱਲ ਆਪਾਂ ਕੰਜੰਕਸ਼ਨ 'ਚ ਕੀ ਯਾਦ ਰੱਖਣੀ ਆ ਕਿ ਇਹ ਜਿਹੜਾ ਕੰਜੰਕਸ਼ਨ ਸਿੰਬਲ ਆ ਇਹਦੇ ਵਿੱਚ ਜਦੋਂ ਕਿਤੇ true ਤੇ false ਦਾ combination ਆ ਜਾਂਦਾ ਨਾ ਹਨਾ ਉਦੋਂ ਪਤਾ false strong ਹੋ ਜਾਂਦਾ ਇਸ ਗੱਲ ਨੂੰ ਤੁਸੀਂ ਆਪਣੀ ਦਿਮਾਗ ਵਿੱਚ ਮੈਮਰੀ ਟਿਪ ਐਜ਼ ਆ ਇਹਨੂੰ ਲਰਨ ਕਰ ਲਓ ਕਿ ਜਿਹੜਾ false ਹੈਗਾ ਆ ਉਹ ਆਪਣੀ strength ਵਿਖਾਉਂਦਾ ਆ false ਨੇ strong ਹੋ ਜਾਣਾ ਵਾ ਬਸ ਇਹ ਗੱਲ ਯਾਦ ਰੱਖ ਲਈ ਤੇ ਤੁਹਾਨੂੰ ਸਮਝ ਲੱਗਣਾ ਸ਼ੁਰੂ ਹੋ ਜਾਊਗਾ MR ਚੈਪਟਰ ਠੀਕ ਆ ਹੁਣ ਦੇਖੋ ਇੱਥੇ ਤੇ ਦੋਨੋਂ ਜਾਣੇ ਹੀ true ਸੀਗੇ ਤੇ false ਇਹਦੇ 'ਚ ਦਿਖਿਆ ਹੀ ਨਹੀਂ ਉਹਨੇ ਆਪਣੀ strength ਕੀ ਵਿਖਾਉਣੀ true ਦਾ true ਹੀ ਰਹੂਗਾ ਇਹਦੇ ਵਿੱਚ ਇੱਕ true ਆ ਇੱਕ false ਆ obvious ਆ false ਆਪਣੀ strength ਵਿਖਾਊਗਾ ਤੇ ਉਹ ਜ਼ਿਆਦਾ strong ਆ ਸੋ false ਆ ਜਾਊਗਾ false strong ਦੇ ਵਿੱਚੋਂ false ਆ ਜਾਊਗਾ ਕਿਉਂਕਿ ਇਹ ਜ਼ਿਆਦਾ strong ਆ false ਆ ਜਾਊਗਾ false ਦੇ ਵਿੱਚੋਂ ਹੈਗੇ ਹੀ ਦੋਵੇਂ false ਆ ਤੇ ਕੀ ਰਹੂਗਾ false ਰਹੂਗਾ ਇਹ ਸੀ ਟਰੁਥ ਟੇਬਲ ਕੰਜੰਕਸ਼ਨ ਦਾ ਨੈਕਸਟ ਅਗਰ ਆਪਾਂ ਡਿਸਜੰਕਸ਼ਨ ਦਾ ਜਿਹਦਾ ਸਿੰਬਲ ਹੈਗਾ ਵਾ ਇਹ ਵਾਲਾ ਐਂਡ ਇਹਨੂੰ ਅਗਰ ਸੈਟ ਥਿਊਰੀ ਦੇ ਨਾਲ ਰਿਲੇਟ ਕਰੀਏ ਉਹਦੇ ਵਿੱਚ ਯੂਨੀਅਨ ਸਿੰਬਲ ਹੁੰਦਾ ਆ ਐਂਡ ਡਿਸਜੰਕਸ਼ਨ ਦੇ ਵਿੱਚ ਤੁਸੀਂ ਯਾਦ ਰੱਖਣਾ ਵਾ ਕਿ ਜਿਹੜਾ ਟਰੂ ਹੈਗਾ ਆ ਟਰੂ ਸਟੇਟਮੈਂਟ ਜਿਹੜੀ ਆ ਉਹ ਆਪਣੀ ਸਟਰੈਂਥ ਵਿਖਾਉਂਦੀ ਆ ਟਰੂ ਸਟਰੋਂਗ ਹੁੰਦਾ ਵਾ ਇਹ ਤੁਸੀਂ ਐਜ਼ ਅ ਮੈਮਰੀ ਟਿਪ ਯਾਦ ਰੱਖ ਲੈਣਾ ਵਾ ਇਸ ਸਿੰਬਲ ਵਾਸਤੇ ਠੀਕ ਆ ਇਸ ਸਿੰਬਲ ਵਾਸਤੇ ਯਾਦ ਰੱਖ ਲੈਣਾ ਕਿ ਟਰੂਥ ਨੇ ਟਰੂ ਨੇ ਤੁਹਾਨੂੰ ਆਪਣੀ ਵੈਲਿਊ ਵਿਖਾਉਣੀ ਆ ਆਪਣੀ ਸਟਰੈਂਥ ਵਿਖਾਉਣੀ ਆ ਇੱਥੇ ਦੋਵੇਂ ਜਣੇ ਟਰੂ ਹੀ obvious ਟਰੂ ਆਊਗਾ ਇੱਥੇ ਇੱਕ ਟਰੂ ਇੱਕ ਫਾਲਸ ਆ ਫਾਲਸ ਨੇ ਆਪਣੀ ਸਟਰੈਂਥ ਨਹੀਂ ਵਿਖਾਉਣੀ ਕਿਉਂਕਿ ਜਦੋਂ ਇਹ ਵਾਲੇ ਕਨੈਕਟਿਵ ਦੇ ਵਿੱਚ ਕੌਣ ਆਪਣੀ ਸਟਰੈਂਥ ਵਿਖਾਉਂਦਾ ਵਾ ਟਰੂ ਸੋ ਦੈਟਸ ਵਾਈ ਇੱਥੇ ਟਰੂ ਆਊਗਾ ਇੱਥੇ ਫਾਲਸ ਟਰੂ ਆ ਇੱਥੇ ਟਰੂ ਆਊਗਾ ਫਾਲਸ ਵਾਲੀ ਟਰੂ ਹੈਗਾ ਹੀ ਨਹੀਂ ਤੇ ਕੀ ਆਊਗਾ ਫਾਲਸ ਆਊਗਾ ਠੀਕ ਆ ਇਹ ਤੁਹਾਡਾ ਦੂਸਰਾ ਕਨੈਕਟਿਵ ਸੀਗਾ ਡਿਸਜੰਕਸ਼ਨ ਠੀਕ ਆ ਐਂਡ ਇਹਦੇ ਵਿੱਚ ਆਰਡਰ ਦੱਸਿਆ ਹੋਇਆ ਵਾ ਕਿ ਮਤਲਬ P ਕੰਜੰਕਸ਼ਨ Q ਇਨ ਕੇਸ ਕਹਿੰਦੇ ਜੇ ਆ ਜਾਵੇ ਨਾ this is one you have to remember this thing this is one result you can say ਕਿ ਜਿਹੜਾ ਆਹ ਵਾਲਾ ਚਾਹੇ ਤੁਹਾਡੇ ਕੋਲੋਂ ਕੰਜੰਕਸ਼ਨ ਆ ਜਾਵੇ ਚਾਹੇ ਡਿਸਜੰਕਸ਼ਨ ਆ ਜਾਵੇ what I am saying ਚਾਹੇ ਕੰਜੰਕਸ਼ਨ ਆ ਜਾਵੇ ਚਾਹੇ ਡਿਸਜੰਕਸ਼ਨ ਆ ਜਾਵੇ ਬਈ ਉਹਦਾ ਕੋਈ ਫਰਕ ਨਹੀਂ ਪੈਂਦਾ ਉਹਦੇ ਆਰਡਰ ਤੇ means you can write it as Q conjunction P Q disjunction P ਕਹਿਣ ਦਾ ਮਤਲਬ ਆਪਾਂ ਸੈੱਟ 'ਚ ਕੀ ਬੋਲਦੇ ਆ ਸੈੱਟ 'ਚ ਬੋਲਦੇ ਹੁੰਦੇ ਸੀ P ਇੰਟਰਸੈਕਸ਼ਨ Q ਤੇ ਸੇਮ ਹੀ ਰਿਜ਼ਲਟ ਰਹਿੰਦਾ ਹੁੰਦਾ ਸੀ Q ਇੰਟਰਸੈਕਸ਼ਨ P ਯਾਦ ਕਰੋ ਠੀਕ ਆ ਉਹੀ ਚੀਜ਼ ਦਾ order does not matter fine ਇੱਥੇ P union in case
P यूਨੀਅन Q ਆ ਤੇ Q यूਨੀਅन P ਆ, ਇਹ ਕੀ ਕਰਦੇ ਆ, ਸਾਨੂੰ ਰਿਜ਼ਲਟਸ ਸੇਮ ਦਿੰਦੇ ਆ, ਉਹੀ ਚੀਜ਼ ਆ ਇੱਥੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਨਗੇਸ਼ਨ ਕਰਨ ਵਾਸਤੇ ਨਗੇਸ਼ਨ ਦਾ ਜਿਹੜਾ ਸਿੰਬਲ ਹੈਗਾ ਵਾ ਉਹ ਤੁਹਾਨੂੰ ਇਹ ਸਿੰਬਲ ਯਾਦ ਰੱਖਣਾ ਪੈਣਾ ਆ। ਜਿਵੇਂ ਕੋਈ ਇੱਕ ਸਿੰਗਲ ਸਟੇਟਮੈਂਟ ਆ, ਸਿੰਪਲ ਸਟੇਟਮੈਂਟ ਆ, this is an even number, this is an even number, ਇਹਦਾ ਨਗੇਸ਼ਨ ਕਰਨਾ ਆ, ਇਹਦਾ ਨਗੇਸ਼ਨ ਕਰਨਾ ਆ ਤੇ ਉਹ ਕੀ ਰਹੂਗਾ, this is not an even number। ਨਗੇਸ਼ਨ ਕੀ ਹੋ ਗਿਆ ਫਿਰ, ਕਿਸੇ ਇੱਕ ਸਟੇਟਮੈਂਟ ਨੂੰ ਨਾਂਹ ਚ ਬਦਲਣਾ, that is negation। ਇਹ ਤੁਹਾਡੀ ਇੰਪਲੀਕੇਸ਼ਨ ਥਰਡ ਸੀਗਾ, ਕਨੈਕਟਿਵ ਸੀਗਾ ਥਰਡ। ਫਰਸਟ ਕਨੈਕਟਿਵ A ਸੀਗਾ, ਸੈਕਿੰਡ ਕਨੈਕਟਿਵ A ਸੀਗਾ, ਇਹਨੂੰ ਅਸੀਂ ਕੰਜੰਕਸ਼ਨ ਬੋਲਦੇ ਆ, ਇਹਨੂੰ ਡਿਸਜੰਕਸ਼ਨ ਬੋਲਦੇ ਆ। ਥਰਡ ਕਨੈਕਟਿਵ ਹੈਗਾ ਆ ਨਗੇਸ਼ਨ, ਇਹਦਾ ਸਿੰਬਲ A ਰਹੂਗਾ। ਐਂਡ ਜਦੋਂ ਕੋਈ ਵੀ ਇੱਕ ਸਟੇਟਮੈਂਟ ਸਿੰਪਲ ਸਟੇਟਮੈਂਟ ਦਿੱਤੀ ਆ, ਉਹਦੇ ਨਗੇਸ਼ਨ ਨੂੰ ਇਹ ਵਾਲੇ ਸਿੰਬਲ ਨਾਲ ਡਿਨੋਟ ਕਰ ਦੋਗੇ ਐਂਡ ਉਹਨੂੰ ਲਿਖੋਗੇ ਕਿਵੇਂ, ਜਿਵੇਂ ਕੋਈ ਹੈਗਾ ਵਾ, ਜੇ ਨੋਟ ਲੱਗਾ ਆ ਤੇ ਨੋਟ ਹਟਾ ਦੇਣਾ ਆ, ਜੇ ਇਦਾਂ ਸਿੰਪਲ ਸਟੇਟਮੈਂਟ ਆ ਤੇ ਉਹਨੂੰ ਨੋਟ ਲਗਾ ਦੇਣਾ ਆ। ਹੁਣ ਇਹਦੀਆਂ ਕੁਝ ਪ੍ਰੋਬਲਮਸ ਆ। ਪ੍ਰੋਬਲਮ ਨੰਬਰ 1, ਨਗੇਸ਼ਨ ਆਫ 7 greater than 9। 7 greater than 9 ਦਾ ਨਗੇਸ਼ਨ ਕੀ ਰਹੂਗਾ, ਇਹ ਵਾਲਾ ਜਿਹੜਾ ਸਾਈਨ ਹੈਗਾ ਵਾ ਇਹਨੂੰ ਤੁਸੀਂ ਚੇਂਜ ਕਰਕੇ ਲੈਸ ਦੈਨ ਇਕੁਅਲ ਟੂ ਚ ਕਰ ਦੋਗੇ, ਠੀਕ ਆ। ਐਂਡ ਇਹ ਇਹਦਾ ਨਗੇਸ਼ਨ ਹੋਊਗਾ। ਇਨ ਕੇਸ ਕਿਤੇ ਤੁਹਾਨੂੰ ਐਵੇਂ ਦਿੱਤਾ ਵਾ 7 ਲੈਸ ਦੈਨ ਇਕੁਅਲ ਟੂ 9, ਇਹਦਾ ਕਿਸੇ ਨੇ ਨਗੇਸ਼ਨ ਪੁੱਛਿਆ ਵਾ ਤੇ ਉਹਦੇ ਇਹ ਵਾਲੇ ਸਾਈਨ ਨੂੰ ਤੁਸੀਂ ਗ੍ਰੇਟਰ ਚ ਚੇਂਜ ਕਰ ਦੋਗੇ। ਜੇ ਇਕੁਅਲ ਲੱਗਾ ਆ ਤੇ ਉਹ ਹਟ ਜਾਊਗਾ ਤੇ ਜੇ ਨਹੀਂ ਹੈਗਾ ਤੇ ਉਹ ਲੱਗ ਜਾਊਗਾ, ਠੀਕ ਆ। ਇਹ ਨਗੇਸ਼ਨ, ਜੇ ਦਿਸ ਇਜ਼ ਸਿੰਬਲ ਫॉर ਨਗੇਸ਼ਨ, ਇਹ ਸਟੇਟਮੈਂਟ ਦਿੱਤੀ ਸੀਗੀ, ਇਹ ਸਟੇਟਮੈਂਟ ਦਾ ਇਹ ਨਗੇਸ਼ਨ ਹੋ ਗਿਆ। ਜੇ ਸਟੇਟਮੈਂਟ ਆ ਹੋਊਗੀ ਤੇ ਉਹਦਾ ਨਗੇਸ਼ਨ ਜਿਹੜਾ ਆ ਉਹ ਆ ਰਹੂਗਾ। ਨਗੇਸ਼ਨ ਆਫ P ਡਿਸਜੰਕਸ਼ਨ Q ਦਾ, ਤੇ ਇਹਦੇ ਵਿੱਚ ਅਸੀਂ ਇਹਦਾ ਨਗੇਸ਼ਨ ਕਿਵੇਂ ਕਰਾਂਗੇ, ਇਹਦੇ ਵਿੱਚ ਨਾ ਨਗੇਸ਼ਨ ਨੂੰ ਤਾਂ ਚਲੋ ਆਵਲਾ ਸਿੰਬਲ ਹੋ ਗਿਆ ਹੈ ਨਾ, P ਡਿਸਜੰਕਸ਼ਨ Q ਹੋ ਗਿਆ ਹੈ ਨਾ। ਤੇ ਜੇ ਇਹਨੂੰ ਐਵੇਂ ਲਿਖਦੇ ਆ ਕਈ, ਉਹ ਰੋਂਗ ਆ। P ਡਿਸਜੰਕਸ਼ਨ ਜਿਹੜਾ ਵਾ ਕਹਿੰਦੇ ਕੰਜੰਕਸ਼ਨ ਚ ਬਦਲ ਜਾਂਦਾ ਆ, ਤੇ ਐਵੇਂ ਲਿਖਣਾ ਦਿਸ ਇਜ਼ ਰੋਂਗ, ਠੀਕ ਆ, ਇਹ ਰੋਂਗ ਆ। ਸਹੀ ਕੀ ਹੈਗਾ ਵਾ, ਨਗੇਸ਼ਨ ਆਫ P disjunction Q, this is not P, P ਦਾ not ਹੋ ਜਾਂਦਾ ਆ, not P। ਜਿਹੜਾ disjunction ਆ ਉਹ conjunction ਚ change ਹੋ ਜਾਊਗਾ, ਠੀਕ ਆ। ਇਹ ਉਹਦਾ ਜਿਹੜਾ ਆ ਰਿਜ਼ਲਟ ਰਹੂਗਾ। negation of all, very important this negation of all। ਇਹਦੀ negation ਕੀ ਹੁੰਦੀ ਆ, ਕੀ ਹੋ ਸਕਦੀ ਆ ਬਈ all ਦੀ negation, not all ਹੋ ਜੂਗੀ, not all ਹੈ ਨਾ, ਇਹੀ ਬਣਦੀ ਆ not all। ਬਟ ਇਹਨੂੰ ਤੁਸੀਂ ਇੱਕ ਟਰਮਸ ਦੇ ਵਿੱਚ ਹੋਰ ਵੀ ਸਮਝ ਸਕਦੇ ਆ, ਕਿਉਂਕਿ ਅਗਰ 4 ਆਪਸ਼ਨਸ ਦੇ ਵਿੱਚ ਸਾਨੂੰ not all ਵਾਲੀ ਸਟੇਟਮੈਂਟ ਨਾ ਮਿਲੀ ਤੇ ਫਿਰ ਅਸੀਂ ਕੀ ਕਰਾਂਗੇ, ਫਿਰ ਅਸਲ ਦੇ ਵਿੱਚ all ਦਾ negation ਇਸ ਤਰ੍ਹਾਂ ਵੀ ਲਿਖਿਆ ਜਾ ਸਕਦਾ, ਬਣਾਇਆ ਜਾ ਸਕਦਾ ਵਾ ਵੀ there exist, ਉੱਥੇ word ਲਿਖਿਆ ਹੋਵੇ there exist, ਠੀਕ ਆ। ਜਿਹੜੀ ਗੱਲ ਨੂੰ ਉਹਨਾਂ ਨੇ ਲਿਖਿਆ ਵਾ all, ਜਿਹੜੀ ਵੀ ਗੱਲ ਉਹ ਕਰ ਰਹੇ ਆ ਵੀ all birds ਆ, all numbers ਆ, all ਜੋ ਵੀ ਆ ਨਾ, ਹਨਾ, ਅਸੀਂ ਉੱਥੇ ਉਸ ਗੱਲ ਨੂੰ change ਕਰਕੇ ਲਿਖ ਦਾਂਗੇ there exist, ਜੋ ਵੀ ਆ, a bird ਮਤਲਬ ਜੇ birds ਆ ਤੇ a bird, number ਆ ਤੇ a number, ਹਨਾ, ਮਤਲਬ ਜੋ ਵੀ ਉਹਦੇ ਬਾਰੇ ਗੱਲ ਹੋਊਗੀ ਉਹ ਲਿਖ ਕੇ not ਲਗਾਵਾਂਗੇ, ਠੀਕ ਆ। ਇਹ ਇਹਦਾ ਕਹਿ ਲਓ ਕਿ ਇੱਕ ਸਾਈਨ ਆ, ਇਹਦਾ ਯਾਦ ਰੱਖਣ ਦਾ ਇੱਕ ਤਰੀਕਾ ਆ ਕਿ ਜਦੋਂ ਵੀ ਨਗੇਸ਼ਨ all ਦੀ ਆ ਗਈ, ਕਿਹਦੀ ਨਗੇਸ਼ਨ all ਦੀ ਆ ਗਈ, ਉਦੋਂ ਉਸ ਸੈਂਟੈਂਸ ਉਹਦਾ ਆਨਸਰ ਹੋਊਗਾ, ਨਗੇਸ਼ਨ ਉਹਦੀ ਕੀ ਹੋਊਗੀ there exist, and ਉਸ ਲਾਈਨ ਦੇ ਵਿੱਚ ਤੁਹਾਨੂੰ not word ਮਿਲੂਗਾ, there exist ਮਿਲੂਗਾ ਤੇ not ਮਿਲੂਗਾ, ਕਲੀਅਰ ਆ। ਤੇ ਜਾਂ ਇਦਾਂ ਹੋ ਸਕਦਾ there exist ਵਾਲੀ ਗੱਲ ਹੋਵੇ ਤੇ ਉਹਨੂੰ ਕਿਹਦੇ ਚ ਕਨਵਰਟ ਕਰਨਾ ਵਾ, all ਚ ਕਨਵਰਟ ਕਰਨਾ, ਠੀਕ ਆ। ਇੱਥੇ ਮੈਂ 2 ਪ੍ਰੋਬਲਮਸ ਲਈਆਂ ਆ, ਬਾਅਦ ਵਿੱਚ ਅਸੀਂ ਹੋਰ ਪ੍ਰੋਬਲਮਸ ਇਹਦੀਆਂ ਲਵਾਂਗੇ, ਠੀਕ ਆ। ਤੇ all integers are rational numbers, ਹੁਣ ਇਹਦਾ negation ਕੀ ਹੋਊਗਾ ਵੀ
ਆ ਜਿਹੜੀ ਸਟੇਟਮੈਂਟ ਆ ਨਾ ਵਾਲੀ, ਇਹਨੂੰ ਤੁਸੀਂ P ਕੰਸੀਡਰ ਕਰਨਾ, P ਕਰ ਲਓ। ਹੁਣ ਆਪਾਂ ਇਹਦਾ ਨੇਗੇਸ਼ਨ ਕਰਨਾ, all integers are rational number। ਅਸੀਂ ਇੱਥੇ ਕੀ ਲਿਖਾਂਗੇ, ਅਸੀਂ ਇੱਥੇ ਲਿਖਾਂਗੇ there exist, ਹਨਾ। ਮੈਂ ਕੀ ਕਿਹਾ ਉਹਨੂੰ there exist ਚ ਚੇਂਜ ਕਰ ਦਿਓ, there exist। ਬਈ ਕਿਹਦੀ ਗੱਲ ਕਰਨ ਦੇ ਆ, all integers, there exist a integer, ਹਨਾ। ਗੱਲ ਕਿਹਦੀ ਕਰਨ ਦੇ, ਮੈਂ ਇਹੀ ਕਿਹਾ ਇੱਥੇ ਤੁਹਾਨੂੰ birds ਦੀ ਗੱਲ ਹੋਊ ਤੇ ਇੱਥੇ a bird ਆ ਜਾਊਗਾ, numbers ਦੀ ਗੱਲ ਆ ਤੇ a number ਆ ਜਾਊਗਾ। ਬਈ integers ਦੀ ਗੱਲ ਕਰਦੇ ਪਏ ਤੇ a integer, ਹਨਾ। there exist a integer, ਠੀਕ ਆ, ਕਿਹੜਾ that is not rational number, ਜਿਹੜਾ that is not rational number। ਕਿਹੜੀਆਂ ਦੋ ਗੱਲਾਂ ਕਹੀਆਂ ਸੀ ਮੈਂ ਕਿ ਇਹਦੇ ਵਿੱਚ ਆਉਂਗੀਆਂ, ਮੈਂ ਇੱਕ ਕਿਹਾ ਸੀ ਕਿ ਇਹਦੇ ਵਿੱਚ there exist ਆਊਗਾ ਤੇ ਇੱਕ not ਆਊਗਾ, ਠੀਕ ਆ। ਲਾਈਨ ਪੜ੍ਹੀਏ, all integers are rational number, ਜਿੰਨੇ ਵੀ integers ਆ ਉਹ ਸਾਰੇ ਦੇ ਸਾਰੇ rational number ਆ, ਤੇ ਉਹਦਾ negation ਹੋ ਗਿਆ, ਕਹਿੰਦੇ there exist a integer, not all, ਹਨਾ। ਸਾਰੇ ਦੇ ਸਾਰੇ ਨਹੀਂ, not all। ਵੈਸੇ all ਦਾ negation ਕੀ ਹੁੰਦਾ, not all ਇਹੀ ਹੁੰਦਾ ਨਾ ਵੀ ਸਾਰੇ ਨਹੀਂ ਆ, ਸਾਰੇ ਨਹੀਂ ਆ ਤੇ ਕੌਣ ਆ, there exist a integer, ਇੱਕ integer ਉੱਥੇ ਜ਼ਰੂਰ ਹੋਊਗਾ, that is not rational number, ਠੀਕ ਆ ਜੀ। ਇਹਦਾ negation ਕੀ ਹੋਊਗਾ ਵੀ ਇੱਥੇ ਹੁਣ there ਵਾਲੀ ਗੱਲ ਆ ਗਈ, ਉਹੀ there is ਜਾਂ there exist one and same thing, ਹਨਾ। there exist ਜਾਂ there is a complex number which is not a real number। ਹੁਣ ਦੱਸੋ ਹਾਂ ਇਹਦਾ negation ਕੀ ਹੋਊਗਾ, there exist ਨੂੰ ਆਪਾਂ all ਲਿਖ ਦੇਵਾਂਗੇ, all ਕਿਹਦੀ ਗੱਲ ਕਰਨ ਦੇ ਵੀ, complex number ਦੀ। ਇੱਥੇ ਹੁਣ ਅਸੀਂ ਕੀ ਲਿਖਾਂਗੇ, all complex numbers, ਹਨਾ। numbers ਹੋ ਜੂ ਨਾ, which are real numbers, है ना, which are real numbers। होया की भला, मतलब all complex numbers, जिन्ने complex numbers आ which are real number, all complex number are real number, है ना। which ਨੂੰ ਤੁਸੀਂ ਛੱਡ ਸਕਦੇ, all complex number are real number, है ना। ਇਹਦਾ negation ਕੀ ਬਣਾਇਆ, ਕਹਿੰਦੇ there exist a complex number, ਇੱਕ complex number ਹੋਊਗਾ which is not a real number, ਠੀਕ ਹੈ। ਹੋਪ ਕਿ ਗੱਲ ਸਮਝ ਲੱਗ ਗਈ ਆ ਕਿ ਕਿੱਦਾਂ negation change ਕਰਨਾ ਆ all ਦਾ ਨੂੰ there exist ਵਿੱਚ ਤੇ ਨਾਲ ਉਹ statement 'ਚ not ਆਵੇ, ਤੇ ਕਿੱਦਾਂ ਉੱਥੇ ਜੇ there exist ਵਾਲੀ statement ਉਹਦੇ ਨਾਲ not ਸੀਗਾ ਤੇ ਉਹਨੂੰ ਕਿਹਦੇ 'ਚ convert ਕਰ ਦਿੱਤਾ, all 'ਚ convert ਕਰ ਦਿੱਤਾ, ਹਨਾ। ਤੇ ਉਹਦਾ ਜਿਹੜਾ not ਆ ਉਹ ਹਟਾ ਦਿੱਤਾ, ਠੀਕ ਆ ਜੀ। ਕੰਡੀਸ਼ਨਲ ਐਂਡ ਬਾਈ ਕੰਡੀਸ਼ਨਲ ਸਟੇਟਮੈਂਟ, ਇਹ ਸਾਡਾ 4th ਕਨੈਕਟਿਵ ਆ, ਠੀਕ ਆ, ਤੇ ਇਹ 5th ਕਨੈਕਟਿਵ ਆ। ਕੰਡੀਸ਼ਨਲ ਸਟੇਟਮੈਂਟ ਪਤਾ ਕਿਹੜੀ ਹੁੰਦੀ ਆ, ਇਫ ਸਟੇਟਮੈਂਟ ਬੋਲਦੇ ਜੇ ਇਹਨੂੰ, ਠੀਕ ਆ। ਹੁਣ ਇਸ ਗੱਲ ਦਾ ਮੀਨਿੰਗ ਕੀ ਆ, ਤੁਹਾਡੇ ਕੋਲੋਂ ਦੋ ਸਟੇਟਮੈਂਟਸ ਆ, ਇੱਕ ਪੀ ਸਟੇਟਮੈਂਟ ਕੀ ਰਹੂਗੀ, ਯੂ ਵਰਕ ਹਾਰਡ, ਹੈ ਨਾ, ਯੂ ਵਰਕ ਹਾਰਡ ਵੀ ਤੁਸੀਂ ਮਿਹਨਤ ਕਰਦੇ ਹੋ, ਤੇ ਕਿਉ ਰਹੂਗੀ ਯੂ will clear the exam, ਤੁਸੀਂ exam clear ਕਰ ਜਾਓਗੇ, ਹੈ ਨਾ। ਤੇ ਇਹਦੀ if ਵਾਲੀ ਇਹਦੀ implication ਵੀ ਬੋਲਦੇ ਆ ਇਹਨੂੰ, ਇਹਦੀ conditional statement ਬਣਾਉਣੀ ਆ, ਤੇ ਸਭ ਤੋਂ ਪਹਿਲਾਂ ਇਹਨੂੰ symbolic ਕਿੱਦਾਂ ਲਿਖਿਆ ਜਾਂਦਾ ਵਾ, ਇਹਨੂੰ symbol ਕਿਹੜਾ ਦਿੱਤਾ ਜਾਂਦਾ ਵਾ conditional statement ਵਾਸਤੇ, ਕਿਹਦੇ ਵਾਸਤੇ, for conditional statement ਵਾਸਤੇ ਕੀ ਹੋਊਗਾ, that will P implies Q ਜੀ। ਇਹ ਸਿੰਬਲ ਰਹਿੰਦਾ ਹੁੰਦਾ ਜੇ ਕੰਡੀਸ਼ਨਲ ਸਟੇਟਮੈਂਟ ਵਾਸਤੇ, ਤੇ ਜਾਂ ਤੁਸੀਂ ਕਹਿ ਸਕਦੇ ਆ P implies Q ਏਦਾਂ, ਜਾਂ ਇਹ ਡਬਲ ਪਾ ਕੇ ਤੇ ਇਹ ਵਾਲਾ ਐਰੋ ਪਾਇਆ ਜਾਂਦਾ, ਜਾਂ ਇਹ ਸਿੰਗਲ ਨਾਲ ਪਾਇਆ ਜਾਂਦਾ, one and same thing, ਇੱਕੋ ਗੱਲ ਆ, ਠੀਕ ਆ ਜੀ। ਅਸੀਂ ਗੱਲ ਕਰਨ ਦੇ ਹੀ ਕੰਡੀਸ਼ਨਲ ਸਟੇਟਮੈਂਟ ਦੀ, ਇਹਨੂੰ ਕਿੱਦਾਂ ਕਨਵਰਟ ਕੀਤਾ ਜਾ ਸਕਦਾ ਵਾ। ਇਹਦਾ ਮਤਲਬ ਹੁੰਦਾ ਕਿ ਜੇ ਆ ਕੰਮ ਹੋਇਆ ਤੇ ਤਦ ਆ ਕੰਮ ਹੋਊਗਾ, ਜੇ ਤੁਸੀਂ ਹਾਰਡ ਵਰਕ ਕੀਤਾ ਨਾ ਤੇ ਫਿਰ ਤੁਸੀਂ ਕਲੀਅਰ ਕਰੋਗੇ ਐਗਜ਼ਾਮ। ਕਹਿਣ ਦਾ ਮਤਲਬ ਕੀ ਆ, ਇਫ ਯੂ ਵਰਕ ਹਾਰਡ, ਇਫ ਕੀ ਸੈਂਟੈਂਸ ਬਣੂਗਾ, ਇਫ ਲਗਾਤਾ, ਹਨਾ, ਇਫ ਲਗਾਤਾ ਇਹਦੇ ਨਾਲ, ਇਫ ਯੂ ਵਰਕ ਹਾਰਡ, ਜੇ ਤੁਸੀਂ ਹਾਰਡ ਵਰਕ ਕਰਦੇ ਆ then ਠੀਕ ਆ, then you will clear exam, ਫਿਰ ਤੁਸੀਂ exam clear ਕਰ ਜਾਓਗੇ। ਇੱਕ if
एक if ਤੇ ਇੱਕ then ਲੱਗਣ ਦੇ ਨਾਲ ਇਹ ਸਟੇਟਮੈਂਟ ਕਿਹੜੀ ਸਟੇਟਮੈਂਟ ਬਣ ਜਾਂਦੀ ਆ, ਕੰਡੀਸ਼ਨਲ ਸਟੇਟਮੈਂਟ ਬਣ ਜਾਂਦੀ ਆ, ਕੰਡੀਸ਼ਨਲ ਸਟੇਟਮੈਂਟ ਬਣ ਜਾਂਦੀ। ਇਹਨੂੰ ਲਿਖਣ ਦਾ ਤਰੀਕਾ ਇਹ ਹੁੰਦਾ ਆ। ਕਲੀਅਰ ਹੈ ਜੀ। ਨੈਕਸਟ ਜਿਹੜਾ 5th ਵਨ ਆ ਬਾਈ ਕੰਡੀਸ਼ਨਲ ਸਟੇਟਮੈਂਟ। ਠੀਕ ਆ, ਬਾਈ ਕੰਡੀਸ਼ਨਲ ਸਟੇਟਮੈਂਟ ਨੂੰ ਸਮਝਦੇ ਆ। ਬਾਈ ਕੰਡੀਸ਼ਨਲ ਸਟੇਟਮੈਂਟ ਨੂੰ ਕਿਵੇਂ ਸਮਝਿਆ ਜਾ ਸਕਦਾ ਵਾ। ਇਹਦੇ ਵਿੱਚ ਅਸਲ ਦੇ ਵਿੱਚ ਜਿਵੇਂ ਕੋਈ P ਇੱਕ ਸਟੇਟਮੈਂਟ ਆ, Q ਇੱਕ ਸਟੇਟਮੈਂਟ ਆ, ਜਦੋਂ ਇੱਥੇ ਇਦਾਂ ਐਰੋ ਦਾ ਸਾਈਨ ਡਬਲ ਪਾਸੇ ਇਦਾਂ ਲੱਗਾ ਹੋਵੇ ਉਹਨੂੰ ਬੋਲਦੇ ਆ ਬਾਈ ਕੰਡੀਸ਼ਨਲ। ਠੀਕ ਆ, ਤੇ ਇਹ ਵਾਲੀ ਸਟੇਟਮੈਂਟ ਨੂੰ ਇਫ ਐਂਡ ਓਨਲੀ ਇਫ ਦੇ ਨਾਲ ਵੀ ਜਾਣਿਆ ਜਾਂਦਾ ਵਾ। ਹੁਣ ਇਸ ਗੱਲ ਦਾ ਮੀਨਿੰਗ ਕੀ ਆ, ਜਿਹੜੀ ਕੰਡੀਸ਼ਨਲ ਸਟੇਟਮੈਂਟ ਸੀ ਉਹਦੇ ਵਿੱਚ ਸੀ P ਇੰਪਲਾਈਜ਼ Q। ਠੀਕ ਆ, ਜੇ ਇਹ ਹੋਇਆ ਨਾ, ਜੇ ਇਹ ਕੰਮ ਹੋਇਆ ਤੇ ਫਿਰ ਇਹ ਕੰਮ ਹੋਊਗਾ, ਹਨਾ। ਕੰਡੀਸ਼ਨਲ ਦਾ ਮੀਨਿੰਗ ਸਿਰਫ ਇੰਨਾ ਹੁੰਦਾ। ਤੇ ਇਹਦਾ ਮੀਨਿੰਗ ਕੀ ਹੁੰਦਾ ਵਾ ਕਿ ਜੇ ਇਹ ਕੰਮ ਹੋਇਆ ਤੇ ਫਿਰ ਇਹ ਕੰਮ ਹੋਊਗਾ, ਤੇ ਜੇ ਇਹ ਕੰਮ ਹੋਇਆ ਤੇ ਫਿਰ ਇਹ ਕੰਮ ਹੋਊਗਾ, ਇਸ ਕੰਮ ਹੋਣ ਨਾਲ ਇਹ ਹੋਊਗਾ, ਇਹ ਕੰਮ ਹੋਣ ਨਾਲ ਇਹ ਹੋਊਗਾ, ਉਹਨੂੰ ਬੋਲ ਦਿੰਦੇ ਬਾਈ ਕੰਡੀਸ਼ਨਲ ਸਟੇਟਮੈਂਟ। ਠੀਕ ਆ, ਤੇ ਉਹਨੂੰ ਇਹ ਵਾਲੇ ਸਿੰਬਲ ਦੇ ਨਾਲ ਡਿਨੋਟ ਕਰ ਦਿੱਤਾ ਜਾਂਦਾ ਆ। ਓਕੇ, ਜਿਵੇਂ ਹੁਣ ਇੱਥੇ ਇੰਪਲੀਕੇਸ਼ਨ ਔਰ ਕੰਡੀਸ਼ਨਲ ਸਟੇਟਮੈਂਟ। ਠੀਕ ਆ, ਉਹੀ ਇੰਪਲੀਕੇਸ਼ਨ ਮੈਂ ਤੁਹਾਨੂੰ ਪਿੱਛੇ ਵੀ ਦੱਸਿਆ ਕਿ ਇਹਨੂੰ ਇੰਪਲੀਕੇਸ਼ਨ ਦੇ ਨਾਲ ਜਾਣਿਆ ਜਾਂਦਾ ਵਾ ਜਾਂ ਇਹਨੂੰ ਕੰਡੀਸ਼ਨਲ ਸਟੇਟਮੈਂਟ ਬੋਲਦੇ ਆ। ਠੀਕ ਆ, ਐਗਜ਼ਾਮਪਲ ਹੈ ਇੱਥੇ if x is equal to 4 then x square is equal to 16। ਠੀਕ ਆ, ਅਗਰ obvious ਆ, ਅਗਰ x ਦੀ ਵੈਲਿਊ 4 ਆ ਤਾਂ ਇਦਾਂ ਹੋਊਗਾ। ਯੈਸ, ਇਦਾਂ ਹੀ ਆ, ਕਰਕੇ ਵੇਖੋ ਸਕੁਆਇਰ, x ਦੇ ਉੱਤੇ ਸਕੁਆਇਰ ਕਰੋ, 4 4 ਦਾ 16। ਯੈਸ, ਇੰਪਲੀਕੇਸ਼ਨ ਆ। Example 2 if ABCD is parallelogram then AB is equal to CD। yes, ਹੁਣ ਦੇਖੋ ਅਗਰ ਤੁਹਾਡੀ P ਸਟੇਟਮੈਂਟ ਹੋਵੇ, P ਸਟੇਟਮੈਂਟ ਕਿਹੜੀ ਹੋਊਗੀ, P ਸਟੇਟਮੈਂਟ ਪਤਾ ਕਿਹੜੀ ਹੈ, x is equal to 4। Q ਸਟੇਟਮੈਂਟ ਕਿਹੜੀ ਆ, ਉਹ ਹੈਗੀ x square is equal to 16। ਤੇ ਇਹ ਕਿਹੜੀ ਬਣ ਗਈ ਆ, ਇਹ ਇੰਪਲੀਕੇਸ਼ਨ ਸਟੇਟਮੈਂਟ ਬਣ ਗਈ ਆ। if ਅਗਰ ਇਹ ਵਾ then ਇਹ ਆ, then ਤੁਸੀਂ ਇਹਨੂੰ ਇਦਾਂ ਲਿਖ ਸਕਦੇ ਆ। ਇਹਦੇ MCQs ਕਿੱਦਾਂ ਦੇ ਬਣਨਗੇ we will solve, ਪਹਿਲਾਂ ਆਪਾਂ concept clear ਕਰ ਲਈਏ। ਠੀਕ ਆ, ਹੁਣ ABCD ਪੈਰਲੋਗ੍ਰਾਮ ਕਿਵੇਂ ਦਾ ਹੁੰਦਾ ਜੀ, ਪੈਰਲੋਗ੍ਰਾਮ ਇਵੇਂ ਦਾ ਹੁੰਦਾ, ਪੈਰਲੋਗ੍ਰਾਮ ਇਵੇਂ ਦਾ ਹੁੰਦਾ। ਠੀਕ ਆ, ਜਿਵੇਂ ਇਹ A ਆ, ਇਹ B ਆ, ਇਹ C ਆ, ਇਹ D ਆ, ਹਨਾ। ABCD ਪਤਾ ਨਾ, ਆਪਾਂ ਕੰਟੀਨਿਊ ਇਹਨਾਂ ਦੇ ਪੁਆਇੰਟਸ ਲੈਣੇ ਹੁੰਦੇ ਆ, A B C D ਕੰਟੀਨਿਊ ਲੈਣੇ ਹੁੰਦੇ ਪੁਆਇੰਟਸ। ਤੇ ਫਿਰ ਕਹਿਣ ਦਾ ਮਤਲਬ AB is equal to AB CD ਦੇ ਇਕੁਅਲ ਆ। ਫਾਈਨ, ਯੈਸ, ਇਦਾਂ ਹੀ ਹੁੰਦਾ ਵਾ। ਕਹਿਣ ਦਾ ਮਤਲਬ P ਸਟੇਟਮੈਂਟ ਕਿਹੜੀ ਹੈ ਇਹਦੇ ਵਿੱਚ ਭਲਾ, P ਸਟੇਟਮੈਂਟ ਹੈਗੀ ਆ ਕਿ ਜਿਹੜਾ ABCD ਆ ਉਹ ਇੱਕ ਪੈਰਲੋਗ੍ਰਾਮ ਆ। ਠੀਕ ਆ, ਉਹ ਇੱਕ ਪੈਰਲੋਗ੍ਰਾਮ ਆ। ਐਂਡ Q ਸਟੇਟਮੈਂਟ ਹੈਗੀ ਆ ਕਿ ਜਿਹੜਾ AB ਆ ਉਹ ਕਿਹਦੇ ਇਕੁਅਲ ਆ, CD ਆ। that's why you can say that this P implies Q। ਠੀਕ ਹੈ, ਜਿਵੇਂ ਮਰਜ਼ੀ ਇਹਨੂੰ ਪਾ ਸਕਦੇ ਆ। ਇਹਦਾ ਨੇਗੇਸ਼ਨ ਵੀ ਹੁੰਦਾ ਜੀ। ਠੀਕ ਆ, ਇਹਦਾ ਨੇਗੇਸ਼ਨ ਵੀ ਹੁੰਦਾ। ਨੇਗੇਸ਼ਨ ਸਟੇਟਮੈਂਟ ਕਰ ਲਈ ਹੋਈ ਨਾ, ਨੇਗੇਸ਼ਨ ਇੱਕ ਸਾਡਾ ਕਨੈਕਟਿਵ ਸੀਗਾ, ਹਨਾ। ਤੇ ਉਹ ਕਨੈਕਟਿਵ ਜਿਹੜਾ ਵਾ ਉਹ ਫਿਰ ਇਹਨਾਂ 'ਚ ਫਰਦਰ ਲੱਗਦਾ ਆ, ਉਹ ਆਪਾਂ 1 by 1 ਕਰਦੇ ਆ। ਠੀਕ ਆ, ਹੁਣ ਜਿੱਦਾਂ ਇਫ ਸਟੇਟਮੈਂਟ ਆ, ਹਨਾ, ਇਹ ਇਫ ਸਟੇਟਮੈਂਟ ਹੋ ਗਈ ਆ ਕਿ P ਇੰਪਲਾਈਜ਼ Q ਦੇ ਨਾਲ ਇਹਨੂੰ ਡਿਨੋਟ ਕਰਦੇ ਆ, ਹਨਾ। ਹੁਣ ਇਹਦੇ ਕੁਝ ਹੋਰ ਵੀ ਇਹਦੀਆਂ ਟਰਮਸ ਆ, ਉਹਨੂੰ ਕੀ ਬੋਲਦੇ ਆ, ਐਂਟੀਸੀਡੈਂਟ ਬੋਲਦੇ ਆ। ਜਿਹੜਾ ਇਹ ਵਾਲਾ P ਹੈਗਾ ਵਾ ਇਹਨੂੰ ਐਂਟੀਸੀਡੈਂਟ ਬੋਲਦੇ ਆ। ਕਲੀਅਰ ਆ, ਜਾਂ ਉਹਨੂੰ ਹਾਈਪੋਥੀਸਿਸ ਬੋਲਦੇ ਆ। ਫਾਈਨ, ਉਹਨੂੰ ਕੀ ਬੋਲਣਾ, ਹਾਈਪੋਥੀਸਿਸ। ਤੇ ਜਿਹੜਾ ਇਹਦਾ Q ਆ, ਜਿਹੜਾ ਰਾਈਟ ਸਾਈਡ ਤੇ ਪਿਆ ਹੁੰਦਾ ਵਾ, ਉਹਨੂੰ ਬੋਲਦੇ ਕੌਨਸੀਕੁਐਂਟ। ਐਂਡ ਐਜ਼ ਵੈਲ ਐਜ਼ ਨਾਲ ਉਹਨੂੰ ਕੀ ਬੋਲਣਗੇ, ਜਾਂ ਉਹਨੂੰ ਕਨਕਲੂਜਨ ਬੋਲਣਗੇ, ਜਾਂ ਇਦਾਂ ਜਾਂ ਇਦਾਂ। ਠੀਕ ਆ, C ਤੋਂ ਜੇ ਯਾਦ ਰੱਖ ਲਵਾਂਗੇ ਕੌਨਸੀਕੁਐਂਟ। ਠੀਕ ਆ, C ਤੋਂ ਯਾਦ ਰੱਖ ਲਵਾਂਗੇ ਕੌਨਸੀਕੁਐਂਟ, ਕਨਕਲੂਜਨ। ਠੀਕ ਆ, ਸਟਾਰਟਿੰਗ ਵਾਲਾ ਹੈਗਾ ABCDE, ਹਨਾ, ਮਤਲਬ A ਪਹਿਲਾਂ ਆਉਂਦਾ ਵਾ, A ਪਹਿਲਾਂ ਆਉਂਦਾ, ਇਦਾਂ ਯਾਦ ਰੱਖ ਲਾਂਗੇ। ਜਿਹੜਾ ਪਹਿਲਾਂ ਵਾਲਾ ਵਾ A ਪਹਿਲਾਂ ਆਉਂਦਾ ਐਂਟੀਸੀਡੈਂਟ, ਤੇ ਜਿਹੜਾ ਬਾਅਦ ਚ ਆਉਂਦਾ ਵਾ ਕੌਨਸੀਕੁਐਂਟ। ਠੀਕ ਆ, ਤੇ ਕੌਨਸੀਕੁਐਂਟ C ਤੇ ਆ, C ਤੇ ਹੀ ਕਨਕਲੂਜਨ ਆ, ਤੇ ਇਹਨੂੰ ਕੀ ਬੋਲਾਂਗੇ, ਹਾਈਪੋਥੀਸਿਸ ਬੋਲਾਂਗੇ। ਏਦਾਂ ਯਾਦ ਰੱਖ ਲਾਂਗੇ ਇਹਨੂੰ, ਹਨਾ। ਹੁਣ ਇਹ ਹੈਗਾ ਇਫ ਸਟੇਟਮੈਂਟ ਆ ਜਿਹੜੀ। ਠੀਕ ਆ, ਇਫ ਸਟੇਟਮੈਂਟ ਕਿਹੜੀ ਸੀ ਭਲਾ,
ਬਈ ਇਫ ਸਟੇਟਮੈਂਟ ਹੁੰਦੀ P ਇੰਪਲਾਈਜ਼ Q, ਯਾਦ ਕਰੋ ਹੁਣੇ ਦੱਸਿਆ ਪਿੱਛੇ, ਇਹੀ ਹੁੰਦੀ ਇਫ ਸਟੇਟਮੈਂਟ, ਠੀਕ ਆ। P ਦੇ ਵਿੱਚ ਜਿਹੜੀਆਂ ਵੈਲਿਊਜ਼ ਆ ਟਰੂ ਟਰੂ ਫਾਲਸ ਫਾਲਸ ਆ, Q ਚ ਟਰੂ ਫਾਲਸ ਆ। ਇਹਦੀ ਗੱਲ ਵੀ ਅਸੀਂ ਦੱਸ ਦਿੱਤੀ ਹੋਈ ਹੈ ਕਿ ਆਪਾਂ ਇਹ ਵਾਲੀਆਂ ਵੈਲਿਊਜ਼ ਕਿਉਂ ਲੈਣੀਆਂ ਹੁੰਦੀਆਂ, ਸਹੀ ਆ। ਤੇ ਜਿਹੜੀ ਇਫ ਸਟੇਟਮੈਂਟ ਆ ਨਾ, ਹਨਾ, ਦਿਸ ਇਜ਼ ਵੈਰੀ ਇੰਪੋਰਟੈਂਟ, ਠੀਕ ਆ। ਹਾਲੇ ਫਿਲਹਾਲ ਅਸੀਂ ਇੱਕ ਟਰੁਥ ਟੇਬਲ ਦੇ ਵਿੱਚ ਇਹਨੂੰ ਕਰ ਰਹੇ ਹਾਂ, ਪਰ ਇਹਨੂੰ ਜੇ ਤੁਸੀਂ ਡਿਟੇਲ 'ਚ ਸਮਝਦੇ ਆ, ਦਿਸ ਇਜ਼ ਵੈਰੀ ਯੂਜ਼ਫੁਲ ਇਨ ਸੋਲਵਿੰਗ ਕੁਐਸਚਨਸ। ਇਸ ਤੋਂ ਬਿਨਾ ਕੁਐਸਚਨਸ ਨੂੰ ਸੋਲਵ ਕਰਨਾ ਪੋਸੀਬਲ ਨਹੀਂ ਹੈਗਾ। ਉਹ ਕੁਐਸਚਨਸ ਐ ਲੱਗਦੇ ਸਿਰ ਤੋਂ ਲੰਘਦੇ ਲੱਗਦੇ ਆ, ਠੀਕ ਆ। ਸੋ ਇਸ ਚੀਜ਼ ਨੂੰ ਸਮਝਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ। ਇਸ ਚੀਜ਼ ਨੂੰ ਸਮਝਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ। ਉਹ ਕਿਉਂ? ਜੇ ਤੁਹਾਨੂੰ ਕਿਤੇ ਇਫ ਸਟੇਟਮੈਂਟ ਦਾ ਟਰੁਥ ਟੇਬਲ ਬਣਾਉਣ ਨੂੰ ਆ ਗਿਆ, ਦੈਨ ਤੁਸੀਂ ਕੀ ਕਰੋਗੇ? P ਇੰਪਲਾਈਜ਼ Q ਕਰਨਾ, ਠੀਕ ਹੈ, ਇਹਦਾ ਟਰੁਥ ਟੇਬਲ ਬਣਾਉਣਾ, ਯਾਨੀ ਕਿ ਇੱਥੇ ਤੁਸੀਂ ਨਾ ਵੈਲਿਊਜ਼ ਭਰਨੀਆਂ ਵਾ। ਕੀ ਭਰੀਏ, ਕੀ ਭਰੀਏ, ਨਹੀਂ ਪਤਾ ਨਾ ਹਲੇ ਕੀ ਭਰੀਏ, ਹੈ ਨਾ, ਨਹੀਂ ਪਤਾ, ਕੁਐਸਚਨ ਮਾਰਕ ਆ ਦਿਮਾਗ ਦੇ ਵਿੱਚ, ਕਿਉਂਕਿ ਜੇ P ਆ ਵਾ Q ਆ ਵਾ, P ਕੰਜੰਕਸ਼ਨ Q ਦਾ ਟਰੁਥ ਟੇਬਲ ਬਣਾਉਣਾ ਆ ਗਿਆ, P ਡਿਸਜੰਕਸ਼ਨ Q ਦਾ ਟਰੁਥ ਟੇਬਲ ਬਣਾਉਣਾ ਆ ਗਿਆ। ਇਹਦੇ ਵਿੱਚ ਕੌਣ ਸਟਰੋਂਗ ਹੁੰਦਾ ਸੀ? ਇਹਦੇ ਵਿੱਚ ਫਾਲਸ ਸਟਰੋਂਗ ਹੁੰਦਾ ਸੀ, ਜਾ ਕੇ ਦੇਖੋ ਪਿੱਛੇ। ਇਹਦੇ ਵਿੱਚ ਕੌਣ ਸਟਰੋਂਗ ਹੁੰਦਾ ਸੀ? ਇਹਦੇ ਵਿੱਚ ਟਰੂ ਸਟਰੋਂਗ ਹੁੰਦਾ ਸੀ। ਦੋ ਹੋ ਗਏ, ਕਲੀਅਰ ਆ। ਜਿਹੜਾ ਥਰਡ ਵਾਲਾ ਸੀਗਾ that was negation, ਹਨਾ, negation ਸੀਗਾ। ਤੇ negation ਦੇ ਵਿੱਚ ਜਿਵੇਂ ਇੱਕ P ਸੀਗਾ, ਹਨਾ, ਉਹਨੂੰ ਜਸਟ ਕੀ ਕਰਨਾ, ਉਹਦਾ ਨੋਟ ਲਗਾਉਣਾ, ਸਹੀ ਹੈ, ਹਨਾ, P ਆ ਉਹਦਾ ਨੋਟ ਲਗਾਉਣਾ। ਉਹਦਾ ਵੀ ਆਪਾਂ ਟਰੁਥ ਟੇਬਲ ਬਣਾਉਣਾ ਸਿੱਖ ਲਿਆ, ਸਹੀ ਹੈ ਨਾ। ਇਹਦਾ ਵੀ ਟਰੁਥ ਟੇਬਲ ਬਣਾਉਣਾ ਸਿੱਖ ਲਿਆ, ਤੇ ਉਹਦੇ ਚ ਆਪਾਂ ਲੌਜਿਕ ਕਿਹੜਾ ਲਾਇਆ ਸੀ ਵੀ ਫਾਲਸ ਸਟਰੋਂਗ ਹੁੰਦਾ। ਇਹਦਾ ਵੀ ਟਰੁਥ ਟੇਬਲ ਬਣਾਉਣਾ ਸਿੱਖ ਲਿਆ, ਉਹਦੇ ਚ ਲੌਜਿਕ ਕਿਹੜਾ ਲੱਗਾ? ਉਹਦੇ ਚ ਲੌਜਿਕ ਲੱਗਾ ਵੀ ਉਹਦਾ ਟਰੁਥ ਟੇਬਲ ਜਿਹੜਾ ਵਾ, ਸੌਰੀ, ਉਹਦਾ ਟਰੁਥ ਟੇਬਲ ਬਣਾਉਣ ਵਾਸਤੇ ਜਿਹੜਾ ਟਰੂ ਆ ਉਹ ਸਟਰੋਂਗ ਹੁੰਦਾ। ਇਹਦਾ ਤੇ ਸਿੰਪਲ ਜਿਹਾ ਲੌਜਿਕ ਸੀਗਾ, ਜਿਹੜਾ ਟਰੂ ਆ ਫਾਲਸ ਆ, ਜਿਹੜਾ ਫਾਲਸ ਆ ਟਰੂ ਆ, ਠੀਕ ਆ ਜੀ। ਜਿਹੜੀ ਫੋਰਥ ਇੰਪਲੀਕੇਸ਼ਨ ਸੀਗੀ ਉਹੀ ਆ ਇਹ ਤੁਹਾਡੀ ਇਫ ਸਟੇਟਮੈਂਟ, ਉਹੀ ਆ ਤੁਹਾਡੀ ਇਫ ਸਟੇਟਮੈਂਟ। ਇਫ ਸਟੇਟਮੈਂਟ ਕੀ ਕਹਿੰਦੀ ਆ ਸਮਝ ਲੱਗੀ? ਇਫ ਸਟੇਟਮੈਂਟ ਹੈਗੀ ਆ ਆਵਲੀ। ਕਹਿਣ ਦਾ ਮਤਲਬ ਕੀ ਆ ਕਿ ਤੁਸੀਂ ਜਦੋਂ ਆਵਲਾ ਸਿੰਬਲ ਯੂਜ਼ ਕੀਤਾ, ਤੁਸੀਂ ਉੱਥੇ ਲੌਜਿਕ ਕਿਹੜਾ ਲਾਇਆ? ਮੈਂ ਤੇ ਕਰਕੇ ਵਿਖਾਉਣੀ ਆ। ਆਪਾਂ P ਲਿਆ ਟਰੂ ਫਾਲਸ ਫਾਲਸ, ਹੈ ਨਾ, ਤੇ ਜਿਹੜਾ Q ਆ ਉਹ ਆਪਾਂ ਲੈ ਲੈਂਦੇ ਟਰੂ ਫਾਲਸ, ਹੈ ਨਾ। ਤੇ ਜਦੋਂ ਆਪਾਂ P ਕੰਜੰਕਸ਼ਨ Q ਕਰਾਂਗੇ ਤੇ ਆਪਾਂ ਇਹਦੇ ਚ ਕਹਿੰਦੇ ਹੁੰਦੇ ਸੀ ਫਾਲਸ ਸਟਰੋਂਗ ਆ। ਜੇ ਫਾਲਸ ਸਟਰੋਂਗ ਆ ਤੇ ਫਿਰ ਇਹਦਾ ਆਵਲਾ ਟਰੁਥ ਟੇਬਲ ਬਣਦਾ। ਆਹ ਲੌਜਿਕ ਲਾਇਆ ਸੀ। ਹੁਣ ਮੈਂ ਪਤਾ ਕੀ ਕਹਿ ਰਹੀ ਹਾਂ? ਮੈਂ ਕਹਿ ਰਹੀ ਹਾਂ ਇਹਨੂੰ ਹਲੇ ਭੁੱਲ ਜਾਓ ਮੈਂ ਆ ਕੀ ਕੀਤਾ, ਇਹਨੂੰ ਵੀ ਭੁੱਲ ਜਾਓ ਮੈਂ ਕੀ ਕੀਤਾ, ਠੀਕ ਆ। ਮੈਂ ਇਹ ਕਹਿ ਰਹੀ ਹਾਂ ਕਿ ਹੁਣ ਇਹਦਾ ਟਰੁਥ ਟੇਬਲ ਬਣਾਉਣਾ ਵਾ, ਇੱਥੇ ਕਿੱਦਾਂ ਬਣਾਵਾਂਗੇ, ਇੱਥੇ ਕਿੱਦਾਂ ਬਣਾਵਾਂਗੇ? ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ ਟੂ ਲਰਨ, ਕਲੀਅਰ ਆ। ਹੁਣ ਇਹ ਵਾਲੇ ਕਾਲਮ ਵੱਲ ਅਸੀਂ ਬਾਅਦ ਚ ਜਾਵਾਂਗੇ। ਪਹਿਲਾਂ ਅਸੀਂ ਜੇ ਮੈਂ ਦੋ ਕਾਲਮਸ ਲਿਖੇ, ਇਹਨਾਂ ਦਾ ਕੋਈ ਨਾ ਕੋਈ ਲੌਜਿਕ ਹੋਊਗਾ। ਨੋਟ P ਦੇਖੀਏ, ਠੀਕ ਹੈ ਜੀ। ਨੋਟ P ਕੀਤਾ, ਟਰੂ ਦਾ ਫਾਲਸ ਕਰਤਾ, ਟਰੂ ਦਾ ਫਾਲਸ ਕਰਤਾ, ਫਾਲਸ ਦਾ ਟਰੂ ਕਰਤਾ, ਫਾਲਸ ਦਾ ਟਰੂ ਕਰਤਾ। ਹੁਣ ਇੱਥੇ ਕੀ ਆ? ਨੋਟ P ਆ, ਠੀਕ ਆ। ਇਹ ਹੈਗਾ ਤੁਹਾਡਾ ਕੰਜੰਕਸ਼ਨ, ਇਹ ਹੈਗਾ ਤੁਹਾਡਾ ਡਿਸਜੰਕਸ਼ਨ, ਠੀਕ ਆ। ਨੋਟ P ਡਿਸਜੰਕਸ਼ਨ Q। ਬਈ ਨੋਟ P ਵਾਲੀ ਤੁਸੀਂ ਹੁਣੇ ਕਾਲਮ ਤਿਆਰ ਕਰ ਲਿਆ ਵਾ। ਜੇ ਨੋਟ P ਵਾਲਾ ਤੁਸੀਂ ਕਾਲਮ ਤਿਆਰ ਕਰ ਲਿਆ ਵਾ ਤੇ ਉਹਦੀ ਡਿਸਜੰਕਸ਼ਨ ਤੁਸੀਂ ਕਰਨੀ ਆ Q ਦੇ ਨਾਲ। ਤੇ ਜਦੋਂ ਇਹ ਵਾਲਾ ਸਿੰਬਲ ਹੁੰਦਾ ਸੀ ਤੇ ਕੌਣ ਟਰੂ ਹੁੰਦਾ ਸੀ? ਇਹ ਵਾਲੇ ਸਿੰਬਲ ਦੇ ਵਿੱਚ ਜਿਹੜਾ ਟਰੂ ਆ ਉਹਦੀ ਜ਼ਿਆਦਾ ਸਟਰੈਂਥ ਹੁੰਦੀ ਸੀਗੀ। ਜੇ ਜ਼ਿਆਦਾ ਸਟਰੈਂਥ ਸੀ ਟਰੂ ਤੇ ਫਾਲਸ ਵਿੱਚੋਂ ਟਰੂ, ਫਾਲਸ ਚੋਂ ਕੁਝ ਨਹੀਂ ਕਹਿ ਸਕਦੀ, ਫਾਲਸ ਹੀ ਆਊਗਾ। ਟਰੂ ਚੋਂ ਕੀ ਆਊਗਾ? ਟਰੂ ਆਊਗਾ। ਤੇ ਫਿਰ ਫਾਲਸ ਟਰੂ ਦੇ ਵਿੱਚੋਂ ਕੀ ਆਊਗਾ? ਕੌਣ ਸਟਰੋਂਗ ਹੁੰਦਾ? ਟਰੂ ਸਟਰੋਂਗ ਹੁੰਦਾ। ਫਿਰ ਇਹਦਾ ਤੇ ਇਹਦੇ ਵਿੱਚੋਂ ਕੌਣ ਸਟਰੋਂਗ ਹੁੰਦਾ ਵਾ? ਟਰੂ ਸਟਰੋਂਗ ਹੁੰਦਾ। ਸੋ ਇੱਥੇ ਕੀ ਆਊਗਾ? T ਆ ਜਾਊਗਾ। ਤੇ ਇਹਦਾ ਮਤਲਬ ਕਿ P ਇੰਪਲਾਈਜ਼ Q ਦਾ ਮੀਨਿੰਗ ਕੀ ਹੋ ਗਿਆ ਕਿ ਇਹਦੇ ਵਿੱਚ ਜੇ ਮੈਨੂੰ ਕਿਤੇ ਡਾਇਰੈਕਟ ਲਿਖਣ ਨੂੰ ਆ ਗਿਆ ਨਾ, ਕੀ ਡਾਇਰੈਕਟ ਲਿਖਣ ਨੂੰ ਆਇਆ? ਅਗਰ ਮੈਨੂੰ ਇਨ ਕੇਸ ਡਾਇਰੈਕਟ ਲਿਖਣ ਨੂੰ ਆ ਗਿਆ ਤੇ ਮੇਰੇ ਕੋਲੋਂ ਟਾਈਮ ਘੱਟ ਆ ਤੇ ਮੈਂ ਇਹ ਦੋ ਕੰਮ ਨਹੀਂ ਕਰਨਾ ਚਾਹੁੰਦੀ, ਮੈਂ P ਇੰਪਲਾਈਜ਼ Q ਡਾਇਰੈਕਟ ਆਨਸਰ ਲਿਖਣਾ ਚਾਹੁੰਦੀ ਆ,
ਤੇ ਮੈਨੂੰ ਕਨਕਲੂਜਨ ਇੱਥੋਂ ਇਹ ਮਿਲੀ। ਕੀ ਕਨਕਲੂਜਨ ਮਿਲੀ ਮੈਨੂੰ ਕਨਕਲੂਜਨ ਇਹ ਮਿਲੀ ਕਿ ਜਦੋਂ ਵੀ ਮੈਂ P implies Q ਕਰੂੰਗੀ, ਲਿਸਨ ਵੈਰੀ ਕੇਅਰਫੁਲੀ, ਜਦੋਂ ਵੀ ਮੈਂ P implies Q ਕਰੂੰਗੀ ਉਦੋਂ ਉਹਨਾਂ ਦੀਆਂ ਵੈਲਿਊਜ਼ ਵੇਖੂੰਗੀ ਟਰੂ, ਠੀਕ ਆ ਜੀ। ਜਿਹੜਾ ਇਹਦਾ ਰਿਜ਼ਲਟ ਬਣਦਾ, ਕਿਹੜਾ ਰਿਜ਼ਲਟ, ਡੋਂਟ ਸੇ ਦਿਸ, ਮੈਂ ਮੈਮਰੀ ਟਿਪ ਦੱਸਣ ਲੱਗੀ ਆ। ਇਹ ਮੈਂ ਕਿਉਂ ਕੀਤਾ, ਕਿਉਂਕਿ ਇਹ ਸੋਲਵ ਕਰਨ ਦਾ ਇੱਕ ਮੈਥਡ ਹੁੰਦਾ ਵਾ, ਫਾਈਨ, ਬਟ ਉਹਨੂੰ ਸ਼ਾਰਟਕਟ MCQ ਵਾਸਤੇ ਯਾਦ ਕਿੱਦਾਂ ਰੱਖਣਾ ਵਾ। ਟਰੂ ਆ, ਫਾਈਨ। ਤੁਸੀਂ ਪਹੁੰਚੇ ਕਿੱਥੋਂ ਤੱਕ, ਤੁਸੀਂ ਕਿੱਥੋਂ ਤੱਕ ਪਹੁੰਚੇ, ਟਰੁੱਥ ਤੱਕ ਪਹੁੰਚੇ, ਉਹਦਾ ਰਿਜ਼ਲਟ ਟਰੁੱਥ ਆਊਗਾ। P implies Q ਕਰਨਾ ਨਾ, ਯੈਸ, P implies Q ਕਰਨਾ, ਪਹੁੰਚੇ ਕਿੱਥੋਂ ਤੱਕ, ਟਰੁੱਥ ਤੱਕ, ਟਰੂ ਆਊਗਾ। ਟਰੂ ਟੂ ਫਾਲਸ, ਪਹੁੰਚੇ ਕਿੱਥੋਂ ਤੱਕ, ਫਾਲਸ ਤੱਕ, ਫਾਲਸ ਆਊਗਾ। ਫਾਲਸ ਤੋਂ ਟਰੂ ਕਿੱਥੋਂ ਤੱਕ ਪਹੁੰਚ ਗਏ, ਟਰੂ ਤੱਕ, ਟਰੂ ਆਊਗਾ। ਫਾਲਸ ਤੋਂ ਫਾਲਸ, ਬਸ ਆਹੀ ਇੱਕ ਲਾਸਟ ਵਾਲਾ ਵਾ। ਫਾਲਸ ਤੋਂ ਫਾਲਸ ਇਹ ਨਾ ਕਹਿ ਦਿਓ ਫਾਲਸ ਤੋਂ ਫਾਲਸ ਹੋਊਗਾ, ਬਸ ਆਹੀ ਇੱਕ ਲਾਸਟ ਵਾਲਾ ਹੁੰਦਾ। ਕਹਿ ਲਓ ਕਿ ਫਾਲਸ ਤੋਂ ਕੱਟੇ ਜਾਂਦੇ ਆ, ਉਹ ਟਰੂ ਬਣਦਾ ਵਾ, ਠੀਕ ਆ। ਹੁਣ ਕਿਉਂਕਿ ਉੱਥੇ ਟਾਈਮ ਘੱਟ ਹੁੰਦਾ ਵਾ, ਸੋ ਇਸ ਕਰਕੇ ਇਹਨੂੰ ਮੈਂ ਐਜ਼ ਡਾਇਰੈਕਟ ਮੈਮਰੀ ਟਿਪ ਐਜ਼ ਅ ਯਾਦ ਰੱਖਣ ਨੂੰ ਕਹਿੰਦੀ ਆ ਕਿ ਜਦੋਂ P implies Q ਕਰਨਾ ਹੁੰਦਾ ਆ, ਉਦੋਂ ਤੁਸੀਂ ਜਿੱਥੋਂ ਤੱਕ ਵੈਲਿਊਜ਼ ਪਹੁੰਚਦੀਆਂ ਹੈਗੀਆਂ ਵਾ ਉਹ ਉਹਦਾ ਆਨਸਰ ਹੁੰਦਾ ਵਾ। ਮੀਨ ਟੂ ਸੇ, ਜੇ ਟਰੂ ਤੋਂ ਟਰੂ ਹਨਾ, ਉਹਦਾ ਆਨਸਰ ਟਰੂ ਤੋਂ ਫਾਲਸ, ਆਨਸਰ ਫਾਲਸ ਤੋਂ ਟਰੂ, ਆਨਸਰ ਟਰੂ, ਪਰ ਜੇ ਦੋਵੇਂ ਸੇਮ ਹੋ ਗਏ ਤੇ ਫਿਰ ਆਨਸਰ ਟਰੂ ਹੋ ਜਾਣਾ। ਇਹ ਇਹਦਾ ਟਰੁੱਥ ਟੇਬਲ ਹੈਗਾ ਵਾ। ਫਿਰ ਆਪਾਂ ਨੂੰ ਆਹ ਦੋ ਸਟੈਪਸ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਇਹ ਦੋ ਸਟੈਪਸ ਤੋਂ ਹੀ ਤਾਂ ਸੇਮ ਉਹੀ ਰਿਜ਼ਲਟ ਆਇਆ। ਦੇਖੋ ਇੱਥੇ ਟਰੂ ਫਾਲਸ ਟਰੂ, ਅੰਡਰਸਟੈਂਡ, ਠੀਕ ਹੈ। ਹੋਪ ਕਿ ਪਤਾ ਲੱਗ ਗਿਆ ਆ, ਕਿਉਂਕਿ ਇਹ ਚੀਜ਼ ਮੇਨ ਸਮਝਣ ਵਾਲੀ ਚੀਜ਼ ਸੀਗੀ। ਕੀ ਮੈਂ ਕਹਿ ਰਹੀ ਹਾਂ, P ਆ Q ਆ, ਅਗਰ ਇੱਥੇ ਵੈਲਿਊਜ਼ P ਦੀਆਂ ਮੰਨ ਲਓ ਟਰੂ ਫਾਲਸ ਆ ਹਨਾ, ਇੱਥੇ ਟਰੂ ਫਾਲਸ ਆ। ਹੁਣ ਬਣਾਈਏ ਭਲਾ ਇਹਦਾ, ਹੁਣ ਬਣਾਉਂਦੇ ਆ ਅਸੀਂ ਇਹਦਾ P implies Q। ਆਪਾਂ ਉਹ ਵਿੱਚ ਵਾਲੇ ਸਟੈਪ ਨਹੀਂ ਕਰਨੇ ਵੀ, ਅਸੀਂ ਨਹੀਂ ਕਰਨੇ ਵਿੱਚ ਵਾਲੇ ਸਟੈਪ, ਠੀਕ ਆ। ਆਪਾਂ ਡਾਇਰੈਕਟ ਕਰਨਾ, ਕਿਉਂਕਿ ਐਗਜ਼ਾਮ 'ਚ ਆਪਾਂ MCQ ਸੋਲਵ ਕਰਨੇ 1 ਮਿੰਟ ਦੇ ਅੰਦਰ ਕੁਐਸਚਨ ਸੋਲਵ ਕਰਨਾ। ਟਰੂ ਤੋਂ ਟਰੂ ਆ ਗਿਆ, ਫਾਲਸ ਤੋਂ ਟਰੂ ਪਹੁੰਚਣ ਕਿੱਥੋਂ ਤੱਕ ਦੇ ਆਵਾਂ, ਟਰੂ ਤੱਕ ਟਰੂ ਆ ਗਿਆ। ਟਰੂ ਤੋਂ ਫਾਲਸ ਕਿੱਥੋਂ ਤੱਕ ਪਹੁੰਚਦਾ ਪਿਆ, ਫਾਲਸ ਤੱਕ, ਫਾਲਸ ਕੀ ਹੋ ਜਾਣਾ, ਟਰੂ। ਇਹ ਆਪਾਂ ਡਾਇਰੈਕਟ ਕਰਾਂਗੇ, ਠੀਕ ਹੈ ਜੀ। ਕਿਉਂਕਿ ਕੁਐਸਚਨਸ ਲੈ ਕੇ ਮੈਂ ਤੁਹਾਡੀ ਨੈਕਸਟ ਤੁਹਾਨੂੰ ਦਵਾਂਗੀ, ਠੀਕ ਆ। ਕੁਐਸਚਨ ਆਪਾਂ ਨੈਕਸਟ ਸੋਲਵ ਕਰਾਂਗੇ। ਸੋ ਹੁਣ ਹੈਗੀ ਆ ਬਾਈ ਕੰਡੀਸ਼ਨਲ ਸਟੇਟਮੈਂਟ। ਬਾਈ ਕੰਡੀਸ਼ਨਲ ਸਟੇਟਮੈਂਟ ਕਿੰਨਵਾਂ ਕਨੈਕਟਿਵ ਆ, ਲਾਸਟ ਵਾਲਾ ਕਨੈਕਟਿਵ ਆ, 5th ਵਾਲਾ। ਇਹਨੂੰ ਡਿਨੋਟ ਕਿੱਦਾਂ ਕਰਦੇ ਸੀ, ਦੋਨਾਂ ਸਾਈਡ ਤੇ ਐਰੋ ਪੈਂਦਾ ਸੀ। ਇਹਦਾ ਕੀ ਮਤਲਬ ਦੱਸਿਆ ਸੀ, ਜੇ P ਤੋਂ Q, ਜੇ P ਹੋ ਰਿਹਾ ਵਾ ਤੇ Q ਹੋਊਗਾ ਹਨਾ, ਏਦਾਂ ਹੀ ਸੀ। ਜੇ P ਹੋ ਰਿਹਾ ਵਾ ਤੇ Q ਹੋਊਗਾ ਹਨਾ, ਐਂਡ ਐਜ਼ ਵੈਲ ਐਜ਼ ਜੇ Q ਹੋ ਰਿਹਾ ਵਾ ਤੇ ਫਿਰ P ਹੋਊਗਾ, ਇਹ ਹੁੰਦਾ ਵਾ, ਅੰਡਰਸਟੈਂਡ। ਤੇ ਦੋਨਾਂ ਦੇ ਵਿੱਚ ਕੀ ਹੁੰਦਾ ਵਾ, ਦੋਨਾਂ ਦੇ ਵਿੱਚ ਇੰਟਰਸੈਕਸ਼ਨ ਹੁੰਦੀ ਆ। ਇਹ ਗੱਲ ਯਾਦ ਰੱਖਣੀ ਆ ਤੁਸੀਂ, ਇਹ ਗੱਲ ਯਾਦ ਰੱਖਣੀ ਕਿ ਦੋਨਾਂ 'ਚ ਇੰਟਰਸੈਕਸ਼ਨ ਮਤਲਬ ਉਹਨਾਂ ਦਾ ਇੰਟਰਸੈਕਟ ਮਤਲਬ ਉਹਨਾਂ ਦਾ ਕਾਮਨ ਹਨਾ, ਜਿਹਨੂੰ ਆਪਾਂ ਆਪਣੇ ਇਹਦੇ ਵਿੱਚ MR ਦੇ ਵਿੱਚ ਅਸੀਂ ਇਹਨੂੰ ਕੀ ਬੋਲਦੇ ਆ, ਆਪਾਂ ਇਹਨੂੰ ਕੰਜੰਕਸ਼ਨ ਬੋਲਦੇ ਆ, ਠੀਕ ਹੈ। ਇਹ ਵਾਲੇ ਸਿੰਬਲ ਨੂੰ ਕੰਜੰਕਸ਼ਨ ਬੋਲਦੇ ਆ। ਓਕੇ, P ਦੀਆਂ ਵੈਲਿਊਜ਼ ਲਈਆਂ, Q ਦੀਆਂ ਵੈਲਿਊਜ਼ ਲਈਆਂ, ਇਹਦਾ ਡਬਲ ਐਰੋ ਪਾਇਆ। ਡਾਇਰੈਕਟ ਆਨਸਰ ਕਿੱਦਾਂ ਲਿਖਣਾ ਬਈ, ਇਹਦਾ ਡਾਇਰੈਕਟ ਆਨਸਰ ਕਿੱਦਾਂ ਲਿਖਣਾ, ਉਹਦਾ ਰਿਜ਼ਲਟ ਪਤਾ ਕਿੱਥੋਂ ਪਤਾ ਲੱਗ ਸਕਦਾ, ਪਹਿਲਾਂ ਨੋਟ P ਕੱਢਣਾ, ਨੋਟ Q ਕੱਢਣਾ, ਫਿਰ ਨੋਟ P ਡਿਸਜੰਕਸ਼ਨ Q ਕੱਢਣਾ। ਇਹ ਕਿਉਂ ਕੱਢਣ ਦੀ ਜ਼ਰੂਰਤ ਪੈ ਗਈ, P ਡਿਸਜੰਕਸ਼ਨ ਨੋਟ Q, ਇਹ ਕਿਉਂ ਕੱਢਣ ਦੀਆਂ ਜ਼ਰੂਰਤ ਪੈ ਗਈ। ਇਹ ਦੋ ਵੈਲਿਊਜ਼ ਕੱਢਣ ਤੋਂ ਬਾਅਦ ਉਹਨਾਂ ਦੀ ਇੰਟਰਸੈਕਸ਼ਨ ਦੀ ਜ਼ਰੂਰਤ ਪੈ ਗਈ। ਕੀ ਉੱਥੇ ਪੇਪਰ 'ਚ ਇੰਨੇ ਕਾਲਮਸ ਬਣਾਵਾਂਗੇ, 1 2 3 ਇੰਨੇ ਕਾਲਮਸ ਬਣਾਵਾਂਗੇ, ਨਹੀਂ ਬਈ ਇੰਨੇ ਕਾਲਮਸ ਨਹੀਂ ਬਣਾਵਾਂਗੇ ਆਪਾਂ ਉੱਥੇ, ਠੀਕ ਆ। ਇੰਨੇ ਕਾਲਮਸ ਆਪਾਂ ਉੱਥੇ ਨਹੀਂ ਬਣਾਵਾਂਗੇ, ਆਪਾਂ ਉੱਥੇ ਡਾਇਰੈਕਟ ਕਰਾਂਗੇ ਇਵੇਂ, ਠੀਕ ਆ। ਬਟ ਇੱਕ ਵਾਰੀ ਹੁਣ ਲੌਜਿਕ ਦੇ ਨਾਲ ਤੁਹਾਨੂੰ ਸਮਝਾਉਣਾ ਵਾ, ਤੁਹਾਨੂੰ ਕਲੈਰਿਟੀ ਕਰਾਉਣ ਵਾਸਤੇ। ਸੋ ਉਹ ਕਿੱਦਾਂ, ਪਹਿਲਾਂ ਅਸੀਂ ਨੋਟ P ਬਣਾਵਾਂਗੇ, ਠੀਕ ਆ। ਅੱਛਾ, ਆਹ ਪਤਾ ਕਿਉਂ ਕੀਤਾ ਆ, ਆਹ ਕਿਉਂ ਕੀਤਾ ਆ, ਆਹ ਸਿੰਬਲ ਤੇ ਆਹ ਵਾਲਾ ਹੋ ਗਿਆ ਹੈ ਨਾ।
ਇੰਨੀ ਕੁ ਗੱਲ ਦਾ ਮਤਲਬ ਕੀ ਹੁੰਦਾ, ਇੰਨੀ ਕੁ ਗੱਲ ਦਾ ਮਤਲਬ ਕੀ ਸੀਗਾ, ਇੰਨੀ ਕੁ ਗੱਲ ਦਾ ਮਤਲਬ ਸੀ not P conjunction Q, disjunction Q, ਇਹਦਾ ਮਤਲਬ ਕੀ ਸੀ not P disjunction Q। ਠੀਕ ਆ, ਦੇਖੀਏ ਭਲਾ ਪਿੱਛੇ ਇਹੀ ਮਤਲਬ ਸੀ ਇਹਦਾ not P disjunction Q, ਹੈ ਨਾ। ਇੰਨੀ ਕੁ ਗੱਲ ਦਾ ਮਤਲਬ not P disjunction Q, ਇਹਨੂੰ ਪਾਇਆ ਬ੍ਰੈਕਟ ਦੇ ਵਿੱਚ, ਇੱਥੇ ਲਿਖ ਦਿੱਤਾ ਆਪਾਂ conjunction, ਫਿਰ ਇੱਥੇ ਕੀ ਹੋਊਗਾ ਭਲਾ, ਇੱਥੇ ਵੀ ਤੇ ਉਹੀ ਹੋਊਗਾ। ਹੁਣ Q ਹੁਣ ਪੁੱਠਾ ਆ ਨਾ, ਹੁਣ ਪੁੱਠਾ ਵਾ, Q implies P ਆ, ਫਿਰ ਇਹਨੂੰ ਕਿੱਦਾਂ ਲਿਖਾਂਗੇ ਆਪਾਂ P, ਠੀਕ ਆ, like this, we will write this like this, fine, okay, that's why ਇੱਥੇ not P ਦੀ ਜ਼ਰੂਰਤ ਪੈਂਦੀ ਸੀ, not P ਕੱਢਿਆ, ਇੱਥੇ not Q ਦੀ ਜ਼ਰੂਰਤ ਪੈਂਦੀ ਸੀ, not Q ਕੱਢਿਆ, ਠੀਕ ਆ ਜੀ। ਫਿਰ ਇਹਦਾ ਇਹ ਵਾਲਾ ਆਪਰੇਸ਼ਨ ਕੱਢਿਆ ਇੱਥੇ, ਹਨਾ, ਫਿਰ ਇਹਦਾ ਇਹ ਵਾਲਾ ਆਪਰੇਸ਼ਨ ਕੱਢਿਆ ਇੱਥੇ, ਫਿਰ ਉਹਨਾਂ ਦੀ ਕੀ ਕੀਤੀ, ਇੰਟਰਸੈਕਸ਼ਨ ਕੀਤੀ, ਠੀਕ ਆ ਜੀ। P implies ਕਿ ਓਕੇ, ਇਹ ਰਿਜ਼ਲਟ ਫਿਰ ਆਪਾਂ ਟੈਲੀ ਕਰਦੇ ਹਾਂ, ਹਨਾ, ਇਹ ਰਿਜ਼ਲਟ ਆਪਾਂ ਲਾਸਟ ਤੇ ਫਿਰ ਟੈਲੀ ਕਰਦੇ ਹਾਂ, ਜਿੱਦਾਂ ਇਹ ਆਪਾਂ ਕਰਾਂਗੇ ਡਾਇਰੈਕਟ ਕਰਿਆ ਕਰਾਂਗੇ ਜਦੋਂ ਅਸੀਂ MCQ ਸੋਲਵ ਕਰਨੇ। not P ਮਤਲਬ ਇਹਦਾ ਟਰੂ ਦਾ ਫਾਲਸ ਹੋ ਗਿਆ, ਟਰੂ ਦਾ ਫਾਲਸ ਹੋ ਗਿਆ, ਫਾਲਸ ਦਾ ਟਰੂ ਹੋ ਗਿਆ, ਫਾਲਸ ਦਾ ਟਰੂ ਹੋ ਗਿਆ। not Q ਕਰਨਾ ਵਾ, ਜਿਹੜਾ ਟਰੂ ਆ ਉਹਦਾ ਫਾਲਸ ਹੋ ਗਿਆ, ਜਿਹੜਾ ਫਾਲਸ ਹੈਗਾ ਵਾ ਉਹਦਾ ਟਰੂ ਹੋ ਗਿਆ, ਜਿਹਦਾ ਟਰੂ ਆ ਉਹ ਫਾਲਸ ਹੋ ਗਿਆ, ਜਿਹੜਾ ਫਾਲਸ ਵਾ ਉਹ ਟਰੂ ਹੋ ਗਿਆ। ਹੁਣ ਅਸੀਂ ਇਹਦਾ ਡਿਸਜੰਕਸ਼ਨ ਫਾਈਂਡ ਕਰਨਾ ਵਾ। ਡਿਸਜੰਕਸ਼ਨ ਫਾਈਂਡ ਕਰਨ ਵਾਸਤੇ not P ਆ ਜਿਹੜਾ, ਹਨਾ, ਧਿਆਨ ਨਾਲ ਦੇਖਿਓ, ਆਪਾਂ ਦੂਜਾ ਕਲਰ ਲੈ ਲੈਂਦੇ ਆ, not P ਆ ਇਹ ਵਾਲਾ, ਇਹਨੇ ਕਿੱਥੋਂ ਤੱਕ ਪਹੁੰਚਣਾ ਵਾ ਭਲਾ, ਇਹ ਕਿਹਦੇ ਨਾਲ ਆ, Q ਦੇ ਨਾਲ, ਇਹਦੇ ਨਾਲ, ਫਾਈਨ। ਕਹਿਣ ਦਾ ਮਤਲਬ ਇਹ ਹੋਇਆ ਕਿ ਇਹਦੇ ਵਿੱਚ ਇਸ ਸਿੰਬਲ 'ਚ ਕੌਣ ਸਟਰੋਂਗ ਹੁੰਦਾ ਸੀ, ਟਰੂ ਸਟਰੋਂਗ ਹੁੰਦਾ ਸੀ ਇਸ ਸਿੰਬਲ ਦੇ ਵਿੱਚ, ਯਾਦ ਕਰੋ ਪਿੱਛੇ ਜਾ ਕੇ, ਠੀਕ ਆ। ਇਹਦਾ ਮਤਲਬ ਇਹਨਾਂ ਦੋਨਾਂ ਦਾ ਰਿਜ਼ਲਟ ਕੀ ਆ ਜਾਊਗਾ, ਟਰੂ। Let me use black pen. True, ਇਹਦਾ ਤੇ ਇਹਦਾ, ਕਿਉਂਕਿ ਸਿੰਬਲ ਕਿਹੜਾ ਪਿਆ ਹੋਇਆ ਵਾ, ਇਹ ਵਾਲਾ, ਇਹਦੇ ਚ ਕੌਣ ਟਰੂ, ਇਹਦੇ ਵਿੱਚ ਕੌਣ ਸਟਰੋਂਗ ਹੁੰਦਾ ਸੀ, ਟਰੂ ਸਟਰੋਂਗ ਹੁੰਦਾ ਸੀ, ਇਸ ਕਰਕੇ ਟਰੂ ਤੇ ਫਾਲਸ ਦੇ ਵਿੱਚੋਂ ਕੌਣ ਸਟਰੋਂਗ ਹੋਊਗਾ, ਟਰੂ। ਫਾਲਸ, ਫਾਲਸ ਚੋਂ ਕੌਣ ਸਟਰੋਂਗ ਹੋਊਗਾ ਬਈ, ਸਟਰੋਂਗ ਕੌਣ ਹੋਊਗਾ ਵੀ, ਦੋਵੇਂ ਸੇਮ ਆ, ਫਾਲਸ ਹੀ ਆਊਗਾ। ਟਰੂ, ਟਰੂ ਦੇ ਵਿੱਚੋਂ ਤੇ ਟਰੂ ਹੋਊਗਾ, ਫਾਲਸ ਟਰੂ ਚੋਂ ਟਰੂ, ਕਿਉਂਕਿ ਇਸ ਸਿੰਬਲ ਦੇ ਵਾਸਤੇ ਕੌਣ ਸਟਰੋਂਗ ਹੁੰਦਾ, ਕੌਣ ਸਟਰੈਂਥ ਵਿਖਾਉਂਦਾ ਵਾ, ਟਰੂ, ਹਨਾ। ਹੁਣ ਰਹੀ ਗੱਲ, ਹੁਣ not Q ਆ ਨਾ ਜਿਹੜਾ, ਹਨਾ, ਉਹਨੂੰ ਕਿਹਦੇ ਨਾਲ ਕੰਬਾਈਨ ਕਰਨਾ, P ਦੇ ਨਾਲ, ਠੀਕ ਆ। ਹੁਣ P ਦੇ ਨਾਲ ਉਹਦੀ ਡਿਸਜੰਕਸ਼ਨ ਵੇਖਣੀ ਆ ਆਪਾਂ, ਕਿਹਦੀ ਵੇਖਣੀ ਆ, not Q, ਦੇਖੋ ਜੀ ਕਿੱਥੇ ਆ ਰਿਹਾ not Q, ਮਿਲ ਗਿਆ not Q, ਹਨਾ। ਉਹਨੂੰ ਆਪਾਂ not Q ਆ ਜਿਹੜਾ, ਉਹਨੂੰ ਆਪਾਂ ਕਿਹਦੇ ਨਾਲ ਦੇਖਣਾ, P ਦੇ ਨਾਲ, ਠੀਕ ਆ। ਤੇ ਫਿਰ ਉਹੀ ਕੌਣ ਸਟਰੋਂਗ ਹੁੰਦਾ ਵਾ ਇਹਨਾਂ ਦੇ ਵਿੱਚੋਂ, ਕੌਣ ਸਟਰੋਂਗ ਹੁੰਦਾ ਵਾ ਇਹਦੇ ਵਿੱਚੋਂ ਤੇ ਇਹਦੇ ਵਿੱਚੋਂ, ਟਰੂ, ਟਰੂ ਆ ਗਿਆ, ਟਰੂ ਟਰੂ, ਟਰੂ ਆ ਗਿਆ, ਫਾਲਸ ਫਾਲਸ, ਫਾਲਸ ਹੀ ਰਹੂਗਾ, ਟਰੂ ਫਾਲਸ, ਸਟਰੋਂਗ ਕੌਣ ਰਹੂਗਾ, ਟਰੂ ਹੋ ਗਈ ਗੱਲ। ਕਿਹੜੀ ਕਿਹੜੀ ਚੀਜ਼ ਫਾਈਂਡ ਹੋ ਗਈ, ਜਿਨ੍ਹਾਂ ਨੂੰ ਮੈਂ ਸਰਕਲ ਕੀਤਾ ਵਾ, ਆ ਚੀਜ਼ ਤੇ ਆ ਚੀਜ਼ ਫਾਈਂਡ ਹੋ ਗਈ। ਹੁਣ ਸਿੰਬਲ ਕਿਹੜਾ ਵਾ, ਕੰਜੰਕਸ਼ਨ ਦਾ। ਕੰਜੰਕਸ਼ਨ ਕੀ ਕਹਿੰਦੀ ਆ, ਕੰਜੰਕਸ਼ਨ ਇਹ ਕਹਿੰਦੀ ਆ ਕਿ ਫਾਲਸ ਸਟਰੋਂਗ ਹੁੰਦਾ, ਜੇ ਫਾਲਸ ਸਟਰੋਂਗ ਹੁੰਦਾ ਤੇ ਫਿਰ ਇਹਨਾਂ ਦੋਵਾਂ ਵਾਰੀ ਤੇ F ਆਊਗਾ, ਇਹਨਾਂ ਦੋਵਾਂ ਵਾਰੀ F ਆਊਗਾ, ਤੇ ਇਹਨਾਂ ਦੋਵਾਂ ਵਾਰੀ ਕੌਣ ਹੋ ਜਾਊਗਾ, ਟਰੂ ਹੋ ਜਾਊਗਾ, ਤੇ ਇਹਨਾਂ ਦੋਵਾਂ ਵਾਰੀ ਵੀ ਕੌਣ ਹੋ ਜਾਊਗਾ, ਟਰੂ ਹੋ ਜਾਊਗਾ। ਕਲੀਅਰ ਆ। ਹੁਣ ਜਿਹੜੀ ਬਾਈ ਕੰਡੀਸ਼ਨਲ ਸਟੇਟਮੈਂਟ ਦਾ ਡਾਇਰੈਕਟ ਰਿਜ਼ਲਟ ਆਪਾਂ ਕਿੱਦਾਂ ਯਾਦ ਰੱਖਾਂਗੇ, ਬਾਈ ਕੰਡੀਸ਼ਨਲ ਦਾ ਸਿੱਧਾ ਰਿਜ਼ਲਟ ਆਪਾਂ ਕਿੱਦਾਂ ਯਾਦ ਰੱਖਾਂਗੇ, ਲੈਟਸ ਸੀ। ਜਦੋਂ ਦੋ ਜਾਣੇ ਸੇਮ ਆ, ਟਰੂ ਟਰੂ, ਉਹਦਾ ਓਵਰਆਲ ਰਿਜ਼ਲਟ ਕੀ ਬਣਿਆ, ਟਰੂ, ਇਟ ਵਿਲ ਬੀ ਟਰੂ। ਜਦੋਂ ਦੋ ਜਾਣੇ ਫਾਲਸ ਆ, ਇਕੱਠੇ ਆ, ਸੇਮ ਨੇਚਰ ਆ, ਟਰੂ, ਸੇਮ ਨੇਚਰ ਆ, ਟਰੂ, ਠੀਕ ਆ। ਟਰੂ ਫਾਲਸ ਦਾ, ਫਾਲਸ ਟਰੂ ਆ, ਕੁਝ ਨਹੀਂ ਕਰ ਸਕਦੀ, ਫਾਲਸ ਰਹੂਗਾ, ਅੰਡਰਸਟੈਂਡ, ਕੁਝ ਨਹੀਂ ਕਰ ਸਕਦੀ, ਫਾਲਸ ਰਹੂਗਾ। ਹੁਣ ਅਗਰ ਮੈਂ ਹੁਣ ਇਹਨੂੰ ਤੁਹਾਨੂੰ ਸ਼ਾਰਟਕਟ 'ਚ ਦੱਸਾਂ ਕਿ ਆਪਾਂ ਸ਼ਾਰਟਕਟ 'ਚ ਇਹਨੂੰ ਆਪਾਂ ਕਿਵੇਂ ਸੋਲਵ ਕਰਨਾ ਵਾ, ਜਦੋਂ ਆਪਾਂ ਨੂੰ P ਬਾਈ ਕੰਡੀਸ਼ਨਲ Q ਦਿੱਤਾ ਹੋਊਗਾ, P ਦੀਆਂ ਵੈਲਿਊਜ਼ ਆ ਜੀ, ਟਰੂ ਟਰੂ, ਫਾਲਸ ਫਾਲਸ, ਇਹ P ਦੀਆਂ ਵੈਲਿਊਜ਼ ਆ, ਹਨਾ।
ਇਹ ਵਾਲੀਆਂ ਵੈਲਿਊਜ਼ ਕਿਹਦੀਆਂ ਵਾ, ਇਹ P ਦੀਆਂ। Q ਦੀਆਂ ਵੈਲਿਊਜ਼ ਕਿਹੜੀਆਂ ਵਾ, Q ਦੀਆਂ ਵੈਲਿਊਜ਼ ਆ true false true false। ਆਪਾਂ ਰਿਜ਼ਲਟ ਕੀ ਕੱਢਣਾ ਵਾ, ਬਾਏ ਕੰਡੀਸ਼ਨਲ ਦਾ, ਬਾਏ ਕੰਡੀਸ਼ਨਲ ਦਾ ਰਿਜ਼ਲਟ ਕੱਢਣਾ ਵਾ। ਉਹ ਕਿੱਦਾਂ ਕੱਢਾਂਗੇ, ਟਰੂ ਤੋਂ ਬਈ ਦੋ ਜਾਣੇ ਸੇਮ ਨੇਚਰ ਵਾਲੇ ਆ, ਦੋ ਜਾਣੇ ਸੇਮ ਨੇਚਰ ਵਾਲੇ ਆ। ਬਾਏ ਕੰਡੀਸ਼ਨਲ ਚ ਮੈਮਰੀ ਟਿਪ ਯਾਦ ਰੱਖ ਲਓ, ਬਾਏ ਕੰਡੀਸ਼ਨਲ ਬਾਏ ਮੀਨਸ ਦੋ, ਬਾਏ ਮੀਨਸ ਦੋ, ਟੂ ਜਾਣੇ ਸੇਮ ਨੇਚਰ ਦੇ ਹੋਣਗੇ ਨਾ, ਸੇਮ ਨੇਚਰ ਦੇ ਹੋਣਗੇ ਹਨਾ, ਤੇ ਫਿਰ ਪਤਾ ਕੀ ਆਊਗਾ, ਫਿਰ ਟਰੂ ਆਊਗਾ। ਟਰੂ ਆਇਆ, ਫਾਲਸ ਟਰੂ ਆਇਆ। ਟਰੂ ਫਾਲਸ ਵਾਰੀ ਕੁਝ ਨਹੀਂ ਕਰ ਸਕਦੇ, ਫਾਲਸ ਹੀ ਆਊਗਾ। ਇਹ ਰਹਿੰਦਾ ਇਹਦਾ ਰਿਜ਼ਲਟ। ਓਕੇ, thanks for watching till the end. If you like the content, subscribe, like, share and hit the bell icon. Thank you.